वाहिगुरु जी का खालसा वाहिगुरु जी की फतेह। दीन दुनिया दे मालक साहिब श्री गुरु ग्रंथ साहिब जियां दी निकी गोद विच दूरों नेड़ेों चल करके संध्या के दीवाना विच आप जी जुड़ बैठे हो। बड़ियां कीमती घड़ियां प्राप्त होईयां ने। साहिब दे प्यार विच इन्हां नूं सुभागड़ियां बनाइए। गुर इतिहास के पावन प्रसंगां दे विचों आप जी ने सरवण कीता सी। गुरु नानक साहब सच्चे पातशाह जी ने पाठशाला दे विच पाते तत अमृत वचन उचारण कीते, जिन्हां दे अंतरीव भावर्थ सतगुरां ने उपदेश के तौर पर पादा जी के ताई वरते ने। बड़े विस्तार सहित आप जी ने भी आनंद माणे है। आओ जी आज भी सतगुरु जी पावन अमृत की वर्खा कर रहे हैं। सुरत करके मन करके गुरु उपदेश नाल जुड़िए। पाओ प्रेम की सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। लोहरा सोना सरौनन मन गुणे पुन पादे अचरज कीन। भाई बाला जी खडूर साहिब की पावन धरती ते गुरु अंगद देव साहिब जी ने गुरु नानक साहब जी के बाल चोज सरवण करवा रहे हैं। जिस वेले गुरु पातशाह ने एक अमृत वचन उच्चारण किया, जाल मोह का समस कर मत कागज कर सार, भाओ कलम कर चित लिखारी गुर पुछ लिख विचार। पादे नूं खोल के सतगुरां ने सुनाया किवें जीवन दे विचों मोह कटिया जा सकता है, किवें गुरु प्यारे दे ज्ञान का चानण हिरदे विच वसाउणा है ते जीवन का उधार होना। इन्हां वचनां नूं सुन के पाता गुरु नानक साहब जी के मुख वाल वार वार टिक टिकी लागे वेखदा है। अंदरों ते बलिहार जा रहे हैं, कुर्बान जाता है। ऐसे अमृत वचन ऐसी मिठी बोली पहला कदे सुनी नहीं। दुतिया इंद्रा किंद ज्यों जो नहीं बैन इन कीन। जिमें जिमें सतगुरु जी शब्दां दे अलंकार बनदे आ, तिवे तिवे पादा जी सतगुरां दे मुख वल वेख वेख बड़े प्रसन्नचित हो रहे ने। जिमें चंद्रमा पूर्णमाशी वल वधदा जांदा ना, दूज तो बाद तीज चौथ पंचमी, कहते गुरु साहब के चेहरे का जाहो जलाल ते प्रभाव अन्ने सुख देण वाला है। जिवें अग दी गर्मी दे विच ठंडी हवा मिल जाए, प्यासे मनुख नूं पानी प्राप्त हो जे ठंडा। गुरु साहिब दे बचन कालजे ठंड पाउंदे ने।
ਪਈ, ਚਿਤ ਚਕੋਰ ਰੁਚ ਚਮਕੀ ਚਾਰੂ, ਬਾਲਨ ਤੁਲ ਨਾ ਬਾਲ ਉਚਾਰੂ। ਜਿਵੇਂ ਚੰਦਰਮਾ ਨੂੰ ਵੇਖ ਵੇਖ ਕਦੇ ਚਕੋਰ ਨਹੀਂ ਨਾ ਰੱਜਦੀ, ਪਾਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲ ਬਾਰ-ਬਾਰ ਵੇਖਦਾ। ਉਹ ਕਿੱਡੇ ਵੱਡੇ ਭਾਗ ਹੋਣੇ, ਰੱਬ ਜੀ ਦੇ ਸਾਹਮਣੇ ਬੈਠਾ ਹੈ। ਬਾਕੀ ਬੱਚਿਆਂ ਵੱਲ ਵੀ ਪਾਤਾ ਜੀ ਵੇਖਦੇ ਤੇ ਫਿਰ ਗੁਰੂ ਸਾਹਿਬ ਵੱਲ ਵੇਖਦੇ, ਕਹਿੰਦੇ ਹੈ ਤੇ ਬੱਚਿਆਂ ਵਰਗੇ ਬੱਚੇ ਆ, ਚਿਹਰਾ ਵੀ ਉਹੋ ਜਿਹਾ ਹੀ ਹੈ, ਪਰ ਜਾਹੋ ਜਲਾਲ ਵੱਖਰਾ ਹੈ। ਇਹਨਾਂ ਦੇ ਸ਼ਬਦ, ਇਹਨਾਂ ਦੀ ਬੋਲੀ, ਇਹਨਾਂ ਦੇ ਅੰਮ੍ਰਿਤ ਬਚਨ ਬਾਕੀ ਬੱਚਿਆਂ ਤੋਂ ਨਿਆਰੇ ਹਨ। ਕਲ ਵਿਸਾਲ ਦਿਆਲ ਪਲ ਭਾਟੀ, ਜਨ ਕਲ ਮਲ ਕਲ ਬਲ ਆਰਤੀ। ਤੇ ਫੇਰ ਬਾਦਾ ਜੀ ਅੰਦਰੋਂ ਕੁਝ ਪੁੱਛਣਾ ਚਾਹੁੰਦੇ ਆ। ਜਦ ਉਹਨਾਂ ਨੂੰ ਲੱਗਿਆ ਵੀ ਇੱਥੋਂ ਮੈਨੂੰ ਸਿੱਖਣ ਨੂੰ ਕੁਝ ਪ੍ਰਾਪਤ ਹੋ ਸਕਦਾ ਹੈ, ਕਹਿੰਦੇ ਨਾਨਕ ਜੀ ਕਲਯੁਗ ਦਾ ਭਿਆਨਕ ਸਮਾਂ ਹੈ, ਪਾਪਾਂ ਦਾ ਬੜਾ ਬੋਲਬਾਲਾ ਹੈ। ਕਲਯੁਗ ਹੋਵੇ ਤੇ ਪਾਪ ਨਾ ਹੋਵੇ, ਕਿਵੇਂ ਹੋ ਸਕਦਾ ਹੈ? ਪਾਪ ਤੇ ਹਰ ਵੇਲੇ ਵਰਤਦਾ ਹੈ, ਹਰ ਥਾਂ ਵਰਤਦਾ ਹੈ, ਹਰ ਘਰ ਵਰਤਦਾ ਹੈ, ਪਰ ਇਹਨਾਂ ਪਾਪਾਂ ਤੋਂ ਦੂਰ ਹੋਣਾ ਗੁਰੂ ਬਿਨਾਂ ਸਿੱਖਿਆ ਨਹੀਂ ਜਾ ਸਕਦਾ। ਬਚਿਆ ਕਿਵੇਂ ਜਾ? ਪਾਤਾ ਕਹਿੰਦਾ ਮਹਾਰਾਜ ਕਲਯੁਗ ਦਾ ਭਿਆਨਕ ਰੂਪ ਦਿਸਦਾ ਹੈ, ਵਿਕਰਾਲ ਰੂਪ ਹੈ, ਰਿਸ਼ਤਿਆਂ ਦੀ ਅਹਿਮੀਅਤ ਕੋਈ ਨਹੀਂ ਹੈ। ਇਸ ਸਮਾਜ ਵਿੱਚ ਸੱਚੀ ਹੁਣ ਲੱਗਦਾ ਹੈ ਆਪਣਾ ਕੋਈ ਨਹੀਂ। ਹਰ ਬੰਦਾ ਕਲਯੁਗ ਦੇ ਰੂਪ ਤੋਂ ਪ੍ਰਣਾਇਆ ਹੋਇਆ ਹੈ, ਸਭ ਤੇ ਪ੍ਰਭਾਵ ਹੈ, ਕੱਲਾ ਮਨੁੱਖਾਂ ਤੇ ਨਹੀਂ। ਕਲਯੁਗ ਦੇ ਵਕਤ ਦਾ ਪ੍ਰਭਾਵ ਪਸ਼ੂਆਂ, ਪੰਛੀਆਂ, 84 ਲੱਖ ਜੂਨਾਂ ਤੇ ਵੀ ਹੈ। ਜਿਹੜੇ ਕਰਮ ਪੁਰਾਣੇ ਸਮੇਂ 'ਚ ਪਸ਼ੂ ਪਕਸ਼ੀ ਨਹੀਂ ਸੀ ਕਰਦੇ, ਉਹ ਹੁਣ ਕਰਨ ਲੱਗ ਪਏ। ਜੋ ਕਦੇ ਮਨੁੱਖ ਸੋਚ ਵੀ ਨਹੀਂ ਸੀ ਸਕਦਾ, ਹੁਣ ਉਹ ਕਰਮ ਤੇ ਉਹ ਪਾਪ ਬੰਦਾ ਬੜੇ ਮਾਣ ਨਾਲ ਕਰਦਾ ਹੈ। ਪਾਤਸ਼ਾਹ ਜਿਉਂ-ਜਿਉਂ ਕਲਯੁਗ ਵੱਧਦਾ ਜਾਂਦਾ ਹੈ, ਲੋਕਾਂ ਵਿੱਚੋਂ ਰੱਬ ਦਾ ਭੈ ਖਤਮ ਹੁੰਦਾ ਜਾਂਦਾ ਏ। ਸੂਝ ਪਰੀ ਬੂਜਨ ਹਿਦ ਉਦਤਿਓ, ਕਮਲ ਬਦਨ ਅਲ ਬਚ ਗੁਰ ਵਿਦਤੋ। ਤੇ ਹੱਥ ਜੋੜ ਕੇ ਪਾਦਾ ਜੀ ਕਹਿੰਦੇ ਸਤਿਗੁਰੂ ਮੈਨੂੰ ਕੁਝ ਸਮਝ ਨਹੀਂ ਆਉਂਦਾ। ਨਾ ਸਮਝ ਆਉਣਾ ਵੀ ਕਲਯੁਗ ਦਾ ਪ੍ਰਭਾਵ ਹੈ, ਨਾ ਕੁਝ ਸਮਝ ਆਉਣਾ ਤੇ ਸਮਝ ਆ ਜਾਣਾ ਗੁਰੂ ਦੀ ਕਿਰਪਾ ਹੈ। ਸੱਚੇ ਪਾਤਸ਼ਾਹ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ, ਮੈਂ ਕੀ ਕਰਾਂ? ਮੇਰੇ ਮਨ ਵਿੱਚ ਬੜੇ ਸਵਾਲ ਉਤਪਨ ਹੁੰਦੇ ਆ। ਮੈਂ ਫਿਰ ਬੇਨਤੀ ਕਰਾਂ, ਇੱਥੇ ਸੱਚੇ ਪਾਤਸ਼ਾਹ ਤੇ ਸਤਿਗੁਰੂ ਸ਼ਬਦ ਕੇਵਲ ਆਪਣੇ ਲਈ ਨੇ, ਪਾਦੇ ਲਈ ਤੇ ਉਹ ਇੱਕ ਸਿਰਫ ਬਾਲਕ ਨੇ, ਇੱਕ ਬੱਚੇ ਨੇ, ਇੱਕ ਵਿਦਿਆਰਥੀ ਨੇ, ਤੇ ਵੱਡਾ ਰੁਤਬਾ ਉਹਨਾਂ ਲਈ ਉਦੋਂ ਹੋਏਗਾ ਜਦੋਂ ਸਤਿਗੁਰ ਸੰਪੂਰਨ ਉਪਦੇਸ਼ ਦੇ ਦੇਣਗੇ। ਕਹਿੰਦੇ ਨਾਨਕ ਜੀ ਮੇਰਾ ਅੰਦਰ ਡਾਵਾਡੋਲ ਹੈ, ਮੈਂ ਬੜਾ ਕੁਝ ਸੋਚਦਾ, ਛੱਡ ਦਿੰਦਾ। ਆਪਣੇ ਵੀ ਮਨ 'ਚ ਬੜਾ ਕੁਝ ਆਉਂਦਾ ਹੈ, ਦਿਲ ਨਾਲ ਗੱਲਾਂ ਕਰਕੇ ਮਨ ਨੂੰ ਆਪੇ ਹੀ ਸਮਝਾ ਲਈਦਾ। ਘਾਟੇ ਵਾਧੇ ਵੀ ਮਨ ਆਪੇ ਵਿਚਾਰ ਲੈਂਦਾ, ਆਪੇ ਕਹਿੰਦਾ ਤੈਨੂੰ ਫਾਇਦਾ ਹੋਊਗਾ, ਆਪੇ ਅੰਦਰੋਂ ਕਹਿੰਦਾ ਨਾ ਨਾ ਰਹਿਣ ਦੇ ਨੁਕਸਾਨ ਹੋਊਗਾ। ਸਵਾਲ ਜਵਾਬ ਕਰਦਾ ਬੰਦਾ ਪਰੇਸ਼ਾਨ ਹੈ ਇਹਨਾਂ 'ਚ। ਪਾਦਾ ਜੀ ਕਹਿੰਦੇ ਸਤਿਗੁਰੂ ਮੇਰੇ ਮਨ ਦੇ ਵਿੱਚ ਅਜੀਬ ਜਿਹੇ ਖਿਆਲਾਤ ਆਉਂਦੇ ਆ, ਐਸੇ ਸੁਪਨੇ ਕਈ ਵਾਰ ਮਨ ਸਜਾਉਂਦਾ ਹੈ ਜੋ ਕਦੇ ਪੂਰੇ ਹੋਣੇ ਨਹੀਂ। ਆਰਜ ਸੋਜਨ ਭਜਨ ਜਲ ਮੀਨਾ, ਸੁਣੇ ਸੋ ਦੇਖੇ ਮੈਂ ਅਤ ਦੀਨਾ। ਹੁਣ ਕੀ ਕਹਿਣ ਲੱਗੇ ਨੇ ਪਾਦਾ ਜੀ? ਤਕਰੀਬਨ ਤੁਹਾਨੂੰ ਅੱਜ 80 ਤੋਂ 90% ਲੋਕ ਐਸੇ ਮਿਲ ਜਾਣਗੇ ਜੋ ਇਹੋ ਜਿਹੀਆਂ ਗੱਲਾਂ ਕਰਦੇ ਨੇ। ਧਰਮ ਦੀ ਦੁਨੀਆ 'ਚ ਖੜ ਕੇ ਵੇਖੋ, ਤੁਹਾਨੂੰ 2% ਇਹੋ ਜਿਹੇ ਬੰਦੇ ਲੱਭਣਗੇ ਜਿਹੜੇ ਨਾਮ ਜਪਦੇ ਆ, ਸੇਵਾ ਕਰਦੇ ਆ, ਦਿਲ ਤੋਂ ਗੁਰੂ ਘਰ ਆਉਂਦੇ ਆ। 2-4%, ਬਾਕੀ ਤੇ 98% ਉਹੀ ਮਿਲਣੇ ਆ, ਟਾਈਮ ਪਾਸ ਲਈ ਆਉਂਦੇ ਆ, ਘੁੰਮਣ ਫਿਰਨ ਆਉਂਦੇ ਆ। ਘਰੇ ਦਿਲ ਨਹੀਂ ਲੱਗਦਾ, ਕਹਿੰਦੇ ਚੱਲ ਅੱਜ ਗੁਰਦੁਆਰੇ ਮੱਥਾ ਟੇਕੀਏ, ਨਾਲੇ ਪੁੰਨ ਨਾਲੇ ਘਰੇ ਬੱਚਿਆਂ ਦੇ ਵਿੱਚ ਬੈਠੇ ਆ, ਆਊਟਿੰਗ ਹੋ ਜੂਗੀ, 2 ਘੜੀ ਜਾ ਆਵਾਂਗੇ।
ਬਿਰਤੀ ਆ ਨਾ ਜੀ ਸਾਰਿਆਂ ਦੇ, ਪਰ ਬਹੁਤ ਘੱਟ ਹੋਣਗੇ ਉਹ ਜਿਹੜੇ ਕਹਿੰਦੇ ਸਤਿਗੁਰ ਦਾ ਉਪਦੇਸ਼ ਸੁਣ ਜਾਣਾ ਅੱਜ ਬੇਸ਼ੱਕ ਵਿਆਹ ਵੀ ਰਿਸ਼ਤੇਦਾਰੀ ਵਿੱਚ ਮੈਂ ਨਹੀਂ ਜਾਣਾ, ਕਿਉਂਕਿ ਗੁਰੂ ਦੇ ਬਚਨ ਮੈਥੋਂ ਦੂਰ ਹੋ ਜਾਣਗੇ। ਬਿਰਲੇ ਹੋਣਗੇ ਨਾ, ਜ਼ਿਆਦਾਤਰ ਪ੍ਰਭਾਵ ਕਲਯੁਗ ਦਾ ਹੈ। ਪਾਦਾ ਜੀ ਕਹਿੰਦੇ ਮਹਾਰਾਜ ਭਗਤੀ ਵਾਲੇ ਰੱਬ ਨੂੰ ਏਦਾਂ ਪਿਆਰ ਕਰਦੇ ਨੇ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ। ਯਾਦ ਰੱਖਿਓ, ਮੱਛੀ ਦੀ ਪਾਣੀ ਨਾਲ ਪ੍ਰੀਤ ਹੈ, ਪਰ ਪਾਣੀ ਦਾ ਮੱਛੀ ਨਾਲ ਕੋਈ ਲਗਾਵ ਨਹੀਂ। ਇੱਕ ਅੰਗੀ ਪ੍ਰੀਤ ਹੈ, ਇੱਕ ਪਾਸੜ ਪਿਆਰ ਹੈ। ਜੇ ਪਾਣੀ ਮੱਛੀ ਨੂੰ ਪਿਆਰ ਕਰਦਾ ਹੁੰਦਾ ਤੇ ਕਦੇ ਸੂਰਜ ਦੀ ਧੁੱਪ ਨਾਲ ਸੁੱਕਦਾ ਨਾ, ਮੱਛੀ ਗਾਰੇ ਵਿੱਚ ਤੜਫਦੀ ਨਾ। ਜੇ ਪਾਣੀ ਕਿਤੇ ਮੱਛਲੀ ਨੂੰ ਪਿਆਰ ਕਰਦਾ ਹੁੰਦਾ, ਜਦ ਮਛਵਾਰੇ ਜਾਲ ਪਾਉਂਦੇ ਸੀ ਤੇ ਵਿੱਚ ਹੀ ਸੁੱਟ ਲੈਂਦਾ। ਜਦ ਕਿ ਗੁਰੂ ਸਾਹਿਬ ਨੇ ਬਚਨ ਕੀਤੇ ਆ, ਮੇਨ ਪਕਰ ਫਾਂਕਿਓ ਅਰ ਕਾਟਿਓ, ਰੰਧ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰੈ ਪਾਣੀ। ਕਹਿੰਦੇ ਮਛਲੀ ਦੀ ਪ੍ਰੀਤ ਇੰਨੀ ਹੈ, ਪਾਣੀ ਵਿੱਚ ਜੰਮੀ, ਪਾਣੀ ਵਿੱਚ ਮਰੀ, ਕੱਟਿਆ ਵੱਢਿਆ ਗਿਆ, ਪਾਣੀ ਨਾਲ ਫੇਰ ਧੋਤਾ ਗਿਆ, ਤੇ ਜਦ ਉਹਨੂੰ ਬਣਾਇਆ ਗਿਆ, ਪਾਣੀ ਵਿੱਚ ਉਬਾਲਿਆ ਗਿਆ, ਤੇ ਜਿਸ ਬੰਦੇ ਨੇ ਖਾਧੀ ਉਹ ਮੱਛੀ ਖਾ ਕੇ ਫੇਰ ਪਾਣੀ ਮੰਗੀ ਜਾਂਦਾ ਹੈ। ਐਸੀ ਪ੍ਰੀਤ ਸੀ। ਪਰ ਕਹਿੰਦੇ ਪਾਣੀ ਬੇਵਫਾ ਸੀ। ਰੱਬ ਦੇ ਪਿਆਰਿਆਂ ਦੀ ਪ੍ਰੀਤ ਹੈ ਮੱਛੀ ਵਰਗੀ, ਪਰ ਰੱਬ ਦਾ ਪਿਆਰ ਪਾਣੀ ਵਰਗਾ ਨਹੀਂ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗਿਆ ਹੋਈ ਨਹੀਂ। ਤੂੰ ਗੁਰੂ ਵੱਲ ਇੱਕ ਕਦਮ ਚੱਲ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਆਏਗਾ। ਪਾਣੀ ਤੇ ਨਹੀਂ। ਭੌਰਾ ਕਮਲ ਦੇ ਫੁੱਲ ਕੋਲ ਆਉਂਦਾ ਹੈ ਤੇ ਕਮਲ ਕਦੇ ਭੌਰੇ ਨਾਲ ਪ੍ਰੀਤ ਕਰਦਾ ਨਹੀਂ ਕਰਦਾ। ਇੱਕ ਪਾਸੜ ਪਿਆਰ ਹੈ। ਪਾਤਸ਼ਾਹ ਮੈਂ ਵੇਖਿਆ ਰੱਬ ਦੇ ਪਿਆਰੇ ਰੱਬ ਨਾਲ ਪ੍ਰੀਤ ਕਰਦੇ ਆ, ਤੇ ਪ੍ਰੀਤ ਰੱਬ ਵੀ ਕਰਦਾ ਹੈ। ਕੋਈ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ, ਕੋਈ ਚੰਗਾ ਕਹਿੰਦਾ, ਕੋਈ ਉਹਨਾਂ ਨੂੰ ਟਿਚਰਾਂ ਕਰਦਾ ਏ। ਅਸਨ ਬਸਨ ਤਨ ਪ੍ਰਾਪਤ ਨਾਹੀ, ਆਵਹਿ ਖਾਹੇ ਰੰਗ ਸੋਆਹੀ। ਸਤਿਗੁਰੂ ਰੱਬ ਰੱਬ ਜਪਣ ਵਾਲਿਆਂ ਦੀ ਰੋਟੀ ਘਰੇ ਨਹੀਂ ਪੱਕਦੀ, ਇਹ ਕੌੜਾ ਸੱਚ ਹੈ। ਬੰਦਗੀ ਕਰਨ ਵਾਲੇ, ਨਾਮ ਜਪਣ ਵਾਲਿਆਂ ਦੇ ਕੱਪੜੇ ਪੂਰੇ ਨਹੀਂ ਹੁੰਦੇ। ਕਬੀਲਦਾਰੀਆਂ ਘਰ ਦੀਆਂ ਖਾ ਜਾਂਦੀਆਂ ਨੇ। ਕਿਸੇ ਵੀ ਭਗਤ ਦਾ ਜੀਵਨ ਪੜ੍ਹ ਕੇ ਦੱਸ ਦਿਓ ਵੀ ਉਹ ਸਮੇਂ ਦਾ ਬਾਦਸ਼ਾਹ ਸੀ, ਤੇ ਸਿੱਖਾਂ ਦਾ ਜੀਵਨ ਪੜ੍ਹ ਕੇ ਦੱਸ ਦਿਓ ਜਿਹਨਾਂ ਸਿੱਖੀ ਕਮਾਈ, ਭਾਈ ਮੱਝ ਨੇ ਕਮਾਈ, ਕੀ ਹੋਇਆ ਪਰਿਵਾਰ ਦਾ। ਭਾਈ ਜੈਤਾ ਜੀ ਦਾ ਜੀਵਨ ਪੜ੍ਹ ਕੇ ਵੇਖੋ, ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਦਾ ਜੀਵਨ ਪੜ੍ਹੋ, ਦੁੱਖ ਆਏ। ਬੜੇ ਦੁੱਖ ਮਿਲਣਗੇ ਸਿੱਖੀ ਕਮਾਉਣ ਵਾਲਿਆਂ ਦੇ ਜੀਵਨ ਵਿੱਚ, ਬੜੇ ਦੁੱਖ। ਤੇ ਹੁਣ ਦੁਨਿਆਵੀ ਬੰਦਾ ਇਹਨਾਂ ਚੀਜ਼ਾਂ ਤੋਂ ਫੈਡਅਪ ਹੋ ਜਾਂਦਾ ਹੈ। ਤੂੰ ਕਹਿੰਦੇ ਯਾਰ ਜਿੰਨਾ ਪਾਠ ਕਰਦੇ ਆ, ਜਿੰਨਾ ਗੁਰਦੁਆਰੇ ਜਾਂਦੇ ਆ, ਉਹਨੇ ਫਿਰ ਦੁਖੀ ਲੋਕ। ਤੇ ਬੜੇ ਲੋਕ ਕਹਿਣਗੇ ਜੀ ਫਲਾਣਾ ਬੰਦਾ ਨਾਮ ਜਪਦਾ, ਸੇਵਾ ਕਰਦਾ, ਲੈ ਸਾਡੇ ਵਰਗਾ ਤੇ ਦੁਖੀ ਹੋਵੇ ਜੀ, ਗੁਰਦੁਆਰੇ ਜਾਣ ਵਾਲਾ ਵੀ ਦੁਖੀ ਹੈ। ਕੀ ਗੱਲ ਗੁਰਦੁਆਰੇ ਮੈਡੀਕਲ ਕੈਂਪ ਲੱਗਾ? ਕਦੇ ਸਮਝਿਆ ਸੀ ਇਹਨਾਂ ਚੀਜ਼ਾਂ ਨੂੰ ਕੀ ਹੈ? ਗੁਰੂ ਦਾ ਸਿੱਖ ਜਦ ਕੋਈ ਬਣਦਾ ਹੈ, ਬੰਦਗੀ ਕੋਈ ਕਰਦਾ ਹੈ, ਕਰੋੜਾਂ ਜਨਮਾਂ ਦੇ ਦੁੱਖ ਸਤਿਗੁਰ ਇਸੇ ਜਨਮ ਵਿੱਚ ਕੱਟਦੇ ਆ। ਮੇਰੇ ਪਿਆਰੇ ਤੇ ਅੱਗੋਂ ਕੋਈ ਦੁੱਖ ਨਾ ਆਵੇ, ਇਹ ਜੰਮੇ ਮਰੇ ਨਾ। ਵੱਡੇ ਵੱਡੇ ਦੁੱਖਾਂ ਨੂੰ ਸਤਿਗੁਰ ਛੋਟੇ ਛੋਟੇ ਕਰ ਟਾਲ ਦਿੰਦੇ ਆ। ਤੇ ਦੁਨਿਆਵੀ ਬੰਦਾ ਕਹਿੰਦਾ ਵੇਖ ਉਹ ਰੱਬ ਦਾ ਨਾਂ ਲੈਣ ਵਾਲਾ ਵੀ ਭੁੱਖ ਨੰਗ ਨਾਲ ਜੂਝਦਾ ਹੁੰਦਾ, ਇਹਦੇ ਕੋਲ ਗਰੀਬੀ ਬੜੀ ਹੈ, ਇਹਦੇ ਕੋਲ ਦੁੱਖ ਬੜਾ ਹੈ। ਸੱਚੀ ਜਿਸ ਘਰ ਵਿੱਚ ਬੰਦਗੀ ਹੋਏਗੀ ਨਾ, ਉਸ ਘਰ ਵਿੱਚ ਮਸਾਂ ਹੀ ਸਰਦਾ ਪੁੱਜਦਾ ਹੋਏਗਾ। ਜਿੱਥੇ ਨਾਮ ਹੋਏਗਾ ਨਾ, ਸਿਮਰਨ ਹੋਏਗਾ, ਉਸ ਘਰ ਦੇ ਵਿੱਚ ਤੇ ਰੋਟੀ ਮਸਾਂ ਪੱਕਦੀ ਹੈ। ਤੇ ਜਿੱਥੇ 36 ਪ੍ਰਕਾਰ ਦੇ ਭੋਜਨ ਬਣਦੇ ਆ, ਰੱਬ ਦੀਆਂ ਗੱਲਾਂ ਵੀ ਲੋਕੀ ਕਰਦੇ ਆ, ਹੋਊਗਾ ਸਾਰਾ ਕੁਝ ਪਰ ਰੱਬ ਨਹੀਂ ਜੇ ਹੋਏਗਾ। ਖੁਦਾ ਨਾਮ ਰੱਬ ਮਿਲਿਆ ਸੀ ਭਾਈ ਲਾਲੋ ਦੇ ਵੇਲੇ, ਮਲਕ ਭਾਗੋ ਦੇ ਘਰੇ, ਤੇ ਧਰਮ ਦੇ ਨਾਂ ਤੇ ਪਦਾਰਥ ਬੜੇ ਪੱਕਦੇ ਸੀ, ਪਰ ਰੱਬ ਗਿਆ ਹੀ ਨਹੀਂ। ਜੇ ਗਿਆ ਵੀ ਤੇ ਨਿਚੋੜ ਕੇ ਆ ਗਿਆ ਸਾਰਾ ਕੁਝ ਭੁੱਲਦਾ। ਇਹ ਗੱਲਾਂ ਬੜੀਆਂ ਡੂੰਘੀਆਂ ਨੇ। ਸਾਡਾ ਇੱਥੇ ਬੇਸ ਨਹੀਂ ਅਸੀਂ ਇਹਨਾਂ ਗੱਲਾਂ ਨੂੰ ਸਮਝ ਸਕੀਏ। ਬੜੇ ਲੋਕ ਤੁਹਾਨੂੰ ਮਿਲਣਗੇ, ਵੇਖੋ ਜੀ ਫਲਾਣੇ ਸਾਧੂ ਨਾਮ ਜਪਦੇ ਸੀ, ਤੁਹਾਨੂੰ ਤੇ ਰੋਗ ਹੀ ਬਹੁਤ ਵੱਡਾ। ਕੀ ਤੁਹਾਨੂੰ ਕੀ ਪਤਾ ਹੈ? ਸਾਡਾ ਤੇ ਪਤਾ ਕੀ ਮਤਲਬ ਹੈ। ਮੈਂ ਗੁਰਦੁਆਰੇ ਜਾਂਦਾ ਰਹਾਂ, ਮੇਰਾ ਤੇ ਸਿਰ ਵੀ ਨਾ ਦੁਖੇ। ਸਰੀਰ ਦੇ ਰੋਗ ਹੋਰ ਚੀਜ਼ਾਂ ਨੇ, ਤੇ ਜਿੱਦਣ ਗੁਰੂ ਵਾਲਾ ਬਣ ਗਿਆ, ਗੁਰੂ ਕੱਟੀ ਜਾਣਗੇ, ਤਨ ਤੇ ਆਏ ਰੋਗ ਦੁਖੀ ਨਹੀਂ ਕਰ ਸਕਦੇ। ਪਾਤਾ ਜੀ ਵੀ ਉਹੀ ਸਵਾਲ ਕਰਦੇ ਆ, ਮਹਾਰਾਜ ਨਾਮ ਜਪਣ ਵਾਲੇ ਭੁੱਖ ਨੰਗ ਗਰੀਬੀ ਨਾਲ ਜੂਝਦੇ ਆ। ਗਰੀਬੀ
कदे ते पंथ भी गरीब सी सारा, घोड़ियां दी काठियां ते रहिंदे सी, किहड़े महल सी। छोले खा खा गुजारे जंगलों में करते रहे, नंगे पैर रहते रहे, बिना फटे पुराने कपड़े पा के वो गुजारा करते सी। गरीबी नहीं आई। बाणी लिखती गरीबी गला हमारी, कहते गरीबी ते साडा एक हथियार है, साडा एक शस्त्र है। सच्ची जिन्ना आनंद गरीबी विच है, अमीरी विच नहीं है। गुरु नानक साहब किन्हां दे यार ने? गरीबां दे, बादशाहां दे नहीं। बादशाहां नूं ते कहंदे सी बाबरा तू जावर है। ਇਹਦਾ मतलब ਇਹ नहीं भी किते गुरु साहब इत्थे दरियावी गरीबी की गल करते आ भी लै हुण मैं ते काम ही नहीं करना जी। महाराज कहते नाम जपिया कर, कोई नहीं लोग रोटी रूटी दे दिया करनगे, जिन्ना गरीब रहेगा भागा। नहीं, किरत करनी बहुत जरूरी है। गरीबी जीवन की होनी चाहिए है, निमरता की होनी चाहिए है। भावे सिख छिपां दा मालक होवे, पौट बंदरगाहां दे ना होण, पर जीवन करके गरीब होवे। ते इत्थे पादा जी ने बड़ा गहरा सवाल करता महाराज, बंदगी वाले अक्सर मैं गरीब वेखे आ, गरीबी विच पलदे आ, गरीबी विच मरदे आ, ते फिर इन्हां नालों ते अमीर बंदा चंगा जिहदे कोल 36 प्रकार दे भोजन ने, पदार्थ ने, जिंदगी दीआं मौजां ते माणदा है। हुण इह जिहड़ा सवाल आ ना, ये दुनिया अज भी करदी है, ये अणजाण होणदा है। जिस बंदे ने भगती दा पत्थर छुया नहीं, जिहदे अंदर रब दा नाम घर करके नहीं गया ना, वो भावें धर्म की दुनिया ते बैठा रहे, लोकां दे कपड़े वेखी जांदा है, पहरावे वेखदा है, लोकां दी गड्डियां वेखदा है, लोकां दे घर बार वेखदा है। क्यों? क्योंकि अंदरों वो खाली रहता है, उसदे पल्ले नहीं है कुछ। ते गुरु साहब बचन सुनते रहे पादा जी दे। पादा जी ने एकदम सवाल कीते, महाराज भगती वाले दुखी क्यों ने? इस कर मुर ओ शरदा हरी, सिर मरना सब हिन एक सारे। कहता बादशाह मेरी ते शरदा ही खत्म हो गई देख के। नानक जी जद मैं किसी गरीब की गरीबी वेखदा रब्बा, मैनू तेरे ते गुस्सा आउंदा है। ये लोग अज भी बोलते हैं ना बड़े, कहते जद मैं ना किसी गरीब नूं वेखदा रुलदा सड़क ते, फिर बंदा कहता मैं रब नूं गालां कढदा जी भी रब्बा ये तेरा इंसाफ है। ते दस मिट्टी दा बनाया बंदा उस रब अगे जवान लड़न लग, जिहदी अपनी औकात कोई नहीं है। किसी नूं की पता है किहदी जिंदगी च की है। जरूरी तो नहीं सोहणे कपड़े पाउण वाला, महंगियां गड्डियां च घुम्मण वाला जीवन तो संतुष्ट होवे। मैं ते सुसाइड करते वेखे आ, फाही लैंदे वेखे आ, अरबां खरबां पति, ते बड़े ओ गरीब वेखे जिन्हां दे चेहरे दी मुस्कान खो नहीं सकिया कोई, खुश बड़े आ। कहना महाराज मेरा ते रब तो ही भरोसा टुट गया, मेरी ते शरधा ही खत्म हो गई भी रब्बा तू गरीब क्यों साजे, गरीब बनाए क्यों। हुण ये गल्लां कई बार आपां संसारी पੱਧਰ ते करदे आ, लो जी वेखो गरीबी बहुत है जी, जिस देश विच इन्ने रब महात्मा परमात्मा होए उत्थे लोग बड़े गरीब ने। भाई गरीबी ते अमीरी दा दसो ते सही रब नाल की संबंध है किते? किते बाणी विच लिखिआ है भी गरीब होना तेरे कर्मां दी खेड है, ਜਾਂ अमीर होना भाई तू रब दे घरों ठोकर खा के आया सी तां हो गया, ਜਾਂ गरीब हो गया, किते दसो ते सही। किते नहीं मिलेगा, किसी धर्म च नहीं मिलेगा। गरीबी ते अमीरी एक संसारी संदर्भ है, इहदा रूह दे नाल कोई लैण देण नहीं है। इत्थे छोटे छोटे गरीब चाह वेचण वाले देश वेच गए, कल ते गरीब सी, अज गरीबां नूं खा रहे हैं। ये किवें हो रहा है? फिर की हो गया? रब ने किवें लिखता भी एक गरीब दुनिया नूं मारी जांदा, लुट्टी जांदा है? रब ने तां नहीं लिखा। बंदा अपने कर्म लिख रहा है, पर गरीब होना कोई रब दे घर तो ठोकर नहीं है, कोई ठोकर नहीं है। किते दस दिओ भी गुरु साहब ने आख्या सिख गरीब है भाई मैं तेरे घर नहीं आउणा। सारा इतिहास सुनिया ना तुसीं पिछे, गरीबां दे घरे जांदे। पर किसी अमीर दी वेख के गुरु साहब अमीरी ये नहीं कहते सिखा तू बड़ा प्यारा सिख है। गरीबी ते अमीरी सिर्फ दुनिया की एक सोच है, ये तो बढ़ के कुछ नहीं। आखो सतनाम, कुछ नहीं है तो बढ़ के। सगों गरीबी विच बंदा ज्यादा सुखी है, अमीरी विच ते चिंता दा ग्रसिया होया है। 100 बीमारियां लगियां उन्होंने चिंता करके। पादा कहना महाराज मेरी तो शर्त ही खत्म हो गई भी रब्बा मरदा गरीब भी है ते मरदा अमीर भी है। अमीर सुखां विच मर जांदा है ते गरीब रोल रोल के मरदा है। हुण दुनिया कहती गरीब दा जिउणा काहदा जिउणा, मैं कहना गरीब दी जिंदगी स्वर्ग जिंदगी है।
ਉਹ ਸੜਕ ਦੇ ਕਿਨਾਰੇ ਸੁੱਤਾ ਪਿਆ ਵੀ ਬੇਪਰਵਾਹ ਏ, ਤੇ ਅਮੀਰ ਤੇ ਐਨਪ੍ਰੈਕਸ ਦੀਆਂ 4-4 ਗੋਲੀਆਂ ਲੈ ਕੇ ਵੀ ਉੱਠਦਾ ਫਿਰਦਾ ਬਾਰ-ਬਾਰ, ਕਦੇ ਵਾਸ਼ਰੂਮ ਜਾਂਦਾ, ਕਦੇ ਪਾਣੀ ਪੀਂਦਾ। ਅਮੀਰਾਂ ਨੂੰ ਬਿਮਾਰੀ ਲੱਗੀ, ਪਾਣੀ ਦੀ ਬੋਤਲ, ਕਦੇ ਗਰੀਬ ਦੇ ਹੱਥ ਵੇਖੀ, ਉਹ ਤੰਦਰੁਸਤ ਹੈ, ਉਹ ਚੜ੍ਹਦੀ ਕਲਾ 'ਚ। ਤੇ ਅਮੀਰ ਬਿਮਾਰ ਹੈ, ਉਹਨੂੰ ਰੱਬ ਤੇ ਇੰਨਾ ਵੀ ਇਤਬਾਰ ਨਹੀਂ, ਉਹ ਪਾਣੀ ਦੀ ਬੋਤਲ ਸਿਪ ਕਰ ਨਾਲ ਪੀਂਦਾ ਰਹਿੰਦਾ ਹੈ ਵੀ ਕਦੇ ਮੈਂ ਬਿਮਾਰ ਹੀ ਨਾ ਹੋ ਜਾ, ਮੇਰਾ ਪਾਣੀ ਨਾ ਘਟ ਜਾਏ। ਕਦੇ ਕਿਸੇ ਗਰੀਬ ਵੱਲ ਵੇਖਿਆ ਉਹ ਪਾਣੀ ਦੀ ਚਿੰਤਾ ਕਰਦਾ ਹੋਵੇ? ਉਹਨੂੰ ਪਤਾ ਹੈ ਜੇ ਇੱਕ ਵੇਲੇ ਵੀ ਪੀ ਲਿਆ ਪਰਮਾਤਮਾ ਆਪੇ ਹੀ ਦੇ ਦੇਗਾ। ਮੈਂ ਬਹੁਤੀਆਂ ਰੋਟੀਆਂ, ਬਹੁਤਾ ਸਮਾਨ ਇਕੱਠਾ ਨਹੀਂ ਕਰਨਾ, ਕਿਉਂਕਿ ਨਿਰੰਕਾਰ ਸਭ ਨੂੰ ਦੇਣ ਵਾਲਾ ਹੈ। ਇਹ ਸਿਦਕ ਗਰੀਬ ਦਾ ਏ ਤੇ ਅਮੀਰ ਨੂੰ ਤੇ ਰੱਬ ਤੇ ਭਰੋਸਾ ਨਹੀਂ, ਉਹਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ। ਗੁਰੂ ਸਾਹਿਬ ਅੱਗੇ ਉਹਨੇ ਬੜਾ ਵੱਡਾ ਸਵਾਲ ਕਰਤਾ, ਕਹਿੰਦਾ ਮਹਾਰਾਜ ਜਦੋਂ ਮਰਨਾ ਸਾਰਿਆਂ ਨੇ ਹੈ ਤੇ ਫਿਰ ਇੱਕ ਸੁਖੀ ਹੋ ਕੇ ਮਰਦਾ, ਇੱਕ ਦੁਖੀ ਹੋ ਕੇ ਮਰਦਾ ਹੈ। ਗਰੀਬੀ ਤੇ ਕਲੰਕ ਹੁੰਦਾ ਏ, ਦੋਹਰਾ ਧਰਾ ਢੀਰ ਦਾ ਧਰਮ ਧੁਰ, ਪਾਦੇ ਕੀ ਸੁਣ ਬੈਨ। ਕਹਿੰਦੇ ਧੀਰ ਦੇ ਧਾਰੀ ਸਤਿਗੁਰੂ ਬੜੇ ਹੌਸਲੇ ਨਾਲ ਪਾਦਾ ਜੀ ਦੇ ਸਾਰੇ ਬੋਲਾਂ ਨੂੰ ਸੁਣਦੇ ਰਹੇ। ਮਹਾਰਾਜ ਨੇ ਕੋਈ ਗੱਲ ਨਹੀਂ ਕੱਢੀ, ਕੋਈ ਵਿੱਚ ਵਿਚਾਲੇ ਨਹੀਂ ਬੋਲੇ, ਇਹ ਨਹੀਂ ਸੋਚਿਆ ਵੀ ਪਾਦਾ ਕਿਹੋ ਜਿਹੀ ਸੋਚ ਰੱਖਦਾ ਹੈ। ਸਾਡੀ ਤੇ ਕਿਸੇ ਨਾਲ ਸੋਚ ਨਾ ਮਿਲੇ, ਅਸੀਂ ਤੇ ਕਹਿੰਦੇ ਬਈ ਤੂੰ ਨਾ ਬੁਲਾਇਆ ਕਰ, ਦੂਰ ਰਹਿ ਕਰ। ਮੇਰੇ ਸਤਿਗੁਰ ਨੇ ਐਸਾ ਨਹੀਂ ਕੀਤਾ। ਗੁਰੂ ਸਾਹਿਬ ਉਹਨਾਂ ਲੋਕਾਂ ਕੋਲ ਜ਼ਿਆਦਾ ਬਹਿੰਦੇ ਰਹੇ ਜਿਨ੍ਹਾਂ ਦੀਆਂ ਸੋਚਾਂ ਜੱਗੋਂ ਮਾੜੀਆਂ ਸੀਆਂ, ਕਿਉਂਕਿ ਬੁਰਿਆਂ ਕੋਲ ਜਾ ਕੇ ਬੁਰਿਆਂ ਨੂੰ ਚੰਗੇ ਰਾਹ ਪਾਇਆ। ਜੇ ਕੋਈ ਬੁਰੀ ਸੋਚ ਰੱਖਦਾ ਹੈ ਉਹਦੇ ਨੇੜੇ ਬੈਠੋ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਜੇ ਸੂਰ ਨੂੰ ਜਾ ਕੇ ਕਹੋਗੇ ਨਾ ਤੂੰ ਗੰਦਗੀ 'ਚ ਬੈਠਾ, ਉਹ ਕਹਿੰਦਾ ਪਰਾਂ ਹੋ ਜਾ, ਮੇਰਾ ਬੈਡਰੂਮ ਇਹੀ ਹੈ, ਮੈਨੂੰ ਤੇ ਪਸੰਦ ਹੈ। ਕਦੇ ਵੇਖਿਆ ਤੁਸੀਂ? ਗਧੇ ਨੂੰ ਜਿੰਨਾ ਮਰਜ਼ੀ ਨਵਾਈ ਚੱਲੋ, ਗਧੇ ਚੰਦਨ ਖਾਵੀ ਪੀਸੋ ਕੁੱਤੀ ਦਾ। ਬਾਣੀ ਕਹਿੰਦੀ ਗਧੇ ਨੂੰ ਨਵਾ ਕੇ ਭਾਵੇਂ ਚੰਦਨ ਲਾ ਦਿਓ, ਉਹਨੇ ਮਿੱਟੀ ਦੇ ਵਿੱਚ ਹੀ ਫੇਰ ਲੇਟਣਾ ਹੈ, ਕਿਉਂਕਿ ਤੇਰਾ ਚੰਦਨ ਤੇਰੇ ਵਾਸਤੇ ਸ਼ੁਭ ਨਹੀਂ ਹੈ। ਉਹਨੂੰ ਤੇ ਮਿੱਟੀ ਚੰਗੀ ਲੱਗਦੀ ਹੈ, ਗੰਦਗੀ ਚੰਗੀ ਲੱਗਦੀ ਹੈ, ਧੂੜ ਚੰਗੀ ਲੱਗਦੀ ਹੈ। ਬੰਦਾ ਆਪਣੇ ਮਾੜੇ ਵਿਚਾਰਾਂ ਨੂੰ ਹਮੇਸ਼ਾ ਐਪਰੀਸ਼ੀਏਟ ਕਰਦਾ ਹੈ ਤੇ ਦੂਜੇ ਦੇ ਚੰਗੇ ਵਿਚਾਰਾਂ ਤੋਂ ਭੱਜਦਾ, ਕਹਿੰਦਾ ਤੇਰੀ ਸੋਚ ਮਾੜੀ ਹੈ। ਪਰ ਗੁਰੂ ਸਾਹਿਬ ਸੁਣ ਰਹੇ ਆ। ਮਹਾਰਾਜ ਉੱਠ ਕੇ ਨਹੀਂ ਭੱਜੇ ਵੀ ਪਾਧਿਆ ਤੂੰ ਤੇ ਸੋਚ ਹੀ ਬੜੀ ਮਾੜੀ ਰੱਖਦਾ, ਮੈਂ ਤੇਰੇ ਨਾਲ ਕੀ ਗੱਲ ਕਰਾਂ, ਤੂੰ ਤੇ ਕਹਿੰਦਾ ਗਰੀਬਾਂ ਦਾ ਜੰਮਣਾ ਹੀ ਮਾੜਾ ਹੈ। ਪਾਧੇ ਦਾ ਮਤਲਬ ਤਾਂ ਇਹੀ ਹੈ ਨਾ ਵੀ ਗਰੀਬ ਜੰਮਿਆ ਵੀ ਰੋਟੀ ਪਿੱਛੇ ਭੱਜਿਆ ਨਹੀਂ ਗਿਆ, ਸਾਰੀ ਜ਼ਿੰਦਗੀ ਤਾਂ ਕੱਢ ਲਈ। ਕਹਿੰਦੇ ਅਮੀਰ ਨੂੰ ਮੌਜਾਂ ਨੇ, ਚੰਗੇ ਘਰ 'ਚ ਪਰਵਰਿਸ਼ ਹੋਈ ਹੈ, ਚੰਗਾ ਖਾਧਾ ਪੀਤਾ, ਚੰਗੀ ਐਸ਼ ਕਰਦਾ ਹੈ, ਚੰਗੀ ਥਾਂ ਵਰ ਗਿਆ, ਪਰ ਮਰਨਾ ਦੋਨਾਂ ਨੂੰ ਹੀ ਹੈ। ਹੁਣ ਇਹ ਬੜਾ ਵੱਡਾ ਖਿਆਲ ਹੈ। ਜਦੋਂ ਇਹ ਦੋ ਖਿਆਲ ਲੈ ਕੇ ਆਪਾਂ ਸਾਹਮਣੇ ਚੱਲ ਜਾਈਏ ਨਾ, ਅੱਜ ਵੀ ਅਸੀਂ ਦੁਬਿਧਾ 'ਚ ਰਹਿ ਜਾਵਾਂਗੇ ਅਮੀਰ ਦੀ ਜ਼ਿੰਦਗੀ ਵਧੀਆ ਜਾਂ ਗਰੀਬ ਦੀ। 100% ਲੋਕਾਂ ਨੂੰ ਖੜੇ ਕਰਕੇ ਪੁੱਛੋ, ਕਹਿੰਦੇ ਯਾਰ ਅਮੀਰ ਬੰਦਾ ਵਧੀਆ, ਗਰੀਬ ਦੀ ਕਿਹੜਾ ਕੋਈ ਜ਼ਿੰਦਗੀ ਹੁੰਦੀ? ਕਹਿੰਦੇ ਆ ਨਾ ਲੋਕੀ, ਦੁਨੀਆ ਦੀ ਸੋਚ ਹੈ। ਗੁਰੂ ਸਾਹਿਬ ਸੁਣ ਕੇ ਹੱਸ ਪਏ ਵੀ ਪਾਧਾ ਜੀ ਲੇਖੇ ਦੇ ਹਿਸਾਬ ਦੀ ਗੱਲ ਚੱਲਦੀ ਹੈ, ਕਿਹੜੇ ਭਰਮਾਂ ਵਿੱਚ ਤੁਰੇ ਫਿਰਦੇ ਹੋ? ਦੁਤੀਆ ਸ਼ਬਦ ਪਦ ਬਦਨ ਤੇ, ਬਦਤੰ ਸ਼ਰਦਾ ਦੇਨ। ਦੂਜਾ ਅੰਮ੍ਰਿਤ ਬਚਨ ਗੁਰਬਾਣੀ ਦਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਪਾਠਸ਼ਾਲਾ ਵਿੱਚ ਉਚਾਰਨ ਕੀਤਾ ਪਾਧੇ ਨੂੰ ਸਮਝਾਉਣ ਲਈ। ਤੇ ਅੱਜ ਸਤਿਗੁਰੂ ਸਾਡੇ ਤੇ ਕਿਰਪਾ ਕਰ ਤੇ ਪਾਧਾ ਜੀ ਨੂੰ ਮਹਾਰਾਜ ਸੰਬੋਧਨ ਕਰਕੇ ਕਹਿੰਦੇ ਆ, ਪਾਧਾ ਜੀ ਇਹਨਾਂ ਬਚਨਾਂ ਨੂੰ ਜੀਵਨ ਵਿੱਚ ਧਾਰਨ ਕਰਿਓ, ਬੜੇ ਗਹਿਰੇ ਹੋਣਗੇ। ਸ਼੍ਰੀ ਮੁਖ ਵਾਕ ਜਿੱਥੈ ਮਿਲਹਿ ਵਡਿਆਈਆਂ, ਸਦ ਖੁਸ਼ੀਆਂ ਸਦ ਚਾਓ। ਪਾਤਸ਼ਾਹ ਕਹਿੰਦੇ ਜਿੱਥੈ ਮਿਲਹਿ ਵਡਿਆਈਆਂ, ਸਦ ਖੁਸ਼ੀਆਂ ਸਦ ਚਾਓ। ਕਹਿੰਦੇ ਜਿੱਥੇ ਵਡਿਆਈ ਮਿਲਦੀ ਹੈ ਨਾ ਉੱਥੇ ਖੁਸ਼ੀ ਹੁੰਦੀ ਹੈ, ਹਮੇਸ਼ਾ ਚਾਅ ਹੁੰਦਾ ਹੈ। ਹੁਣ ਤੁਸੀਂ ਵਡਿਆਈ ਤਾਰੀਫ ਕਿਸੇ ਅਮੀਰ ਦੀ ਕਰ ਲਓ, ਬੜਾ ਖੁਸ਼ ਹੈ, ਕਿਸੇ ਗਰੀਬ ਦੀ ਕਰਦੇ ਹੋ, ਬੜਾ ਖੁਸ਼ ਹੈ। ਦੁਨਿਆਵੀ ਤੌਰ ਤੇ ਖੁਰਾਕ ਆ ਬੰਦੇ ਦੀ, ਹਰ ਬੰਦਾ ਚਾਹੁੰਦਾ ਮੇਰੀ ਤਾਰੀਫ ਹੋਵੇ, ਲੋਕੀ ਮੇਰਾ ਸਨਮਾਨ ਕਰਨ, ਮੈਂ ਜਾਵਾਂ ਦੁਨੀਆ ਉੱਠ ਕੇ ਮਿਲੇ, ਹਰ ਬੰਦਾ ਕੁਝ ਸੋਚਦਾ ਹੈ। ਗੁਰੂ ਸਾਹਿਬ ਕਹਿੰਦੇ ਭਾਈ ਇਹ ਤੇ ਦੁਨੀਆ ਦੀਆਂ ਵਡਿਆਈਆਂ ਨੇ ਨਾ ਜੱਗ 'ਚ, ਇੱਥੇ 4 ਬੰਦੇ ਤੇਰੇ ਸਾਹਮਣੇ ਤੈਨੂੰ ਚੰਗਾ ਕਹਿਣਗੇ ਤੇ ਉਹੀ ਪਿੱਠ ਮੋੜ ਕੇ ਕਹਿੰਦੇ ਤੇ ਬੜਾ ਘਟੀਆ ਬੰਦਾ ਹੈ। ਤੇਰੇ ਪੁੱਤ ਦੇ ਵਿਆਹ 'ਚ ਆਏ ਹੋਣਗੇ, ਹੱਥ ਮਿਲਾਉਣਗੇ, ਤਸਵੀਰ ਵਿੱਚ ਤੇਰੇ ਨਾਲ ਹੱਸਣਗੇ, ਪਿੱਠ ਪਿੱਛੋਂ ਬਹਿ ਕੇ ਕਹਿਣਗੇ ਉਹ ਇਹਨੂੰ ਤੇ ਰਿਸ਼ਤਾ ਨਹੀਂ ਸੀ ਜੁੜਦਾ, ਇਹ ਆਪ ਕੋਈ ਬਹੁਤੇ ਚੰਗੇ ਬੰਦੇ ਨਹੀਂ, ਚੱਲ ਭਾਈ ਆਪਾਂ ਕੀ ਲੈਣਾ। ਕਰਦਾ ਨਾ ਸਮਾਜ, ਕੋਈ ਇੱਕ ਬੰਦਾ ਦੁਨੀਆ ਦਾ ਦੱਸੋ, ਦੁਨੀਆ ਜਿਹਦੇ ਬਾਰੇ ਪਿੱਠ ਪਿੱਛੇ ਪੋਜ਼ਿਟਿਵ ਹੋਵੇ, ਚੰਗੀ ਹੋਵੇ,
ਪਰ ਰੱਬ ਦੇ ਪਿਆਰੇ ਗਰੀਬੀ 'ਚ ਜੰਮੇ ਹੋਣ, ਗਰੀਬੀ ਵਿੱਚ ਪਲੇ ਹੋਣ। ਭਗਤ ਕਬੀਰ ਜੀ ਜੀਵਨ ਕਰਕੇ ਕਿੰਨੇ ਗਰੀਬ ਸਨ, ਖੱਟੀ ਪਾਉਂਦੇ ਸੀ। ਭਗਤ ਰਵਿਦਾਸ ਜੁੱਤੀਆਂ ਕੱਢਦੇ ਸੀ, ਲੋਕੀ ਚਮਿਆਰ ਕਹਿੰਦੇ ਸੀ, ਪਿੰਡੋਂ ਬਾਹਰ ਕੱਢ ਦਿੱਤਾ। ਲੋਕੀ ਕਹਿੰਦੇ ਗਰੀਬ ਹੈ, ਉਹ ਕਹਿੰਦਾ ਮੇਰੇ ਵਰਗਾ ਰਾਜਾ ਕੋਈ ਨਹੀਂ। ਬਾਣੀ ਕੀ ਕਹਿ ਰਹੀ ਹੈ? ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਬਿਨਾ। ਜਿਨ੍ਹਾਂ ਦਾ ਮਨ ਰੱਬ ਦੇ ਨਾਮ ਨਾਲ ਭਿੱਜਿਆ ਨਾ, ਉਹ ਸ੍ਰਿਸ਼ਟੀ ਦੇ ਰਾਜੇ ਆ, ਬ੍ਰਹਿਮੰਡ ਦੇ ਰਾਜੇ ਆ। ਕਹਿੰਦੇ ਉਹ ਸਦਾ ਖੁਸ਼ ਰਹਿੰਦੇ ਨੇ, ਖੁਸ਼ੀਆਂ 'ਚ ਚਾਅ ਰਹਿੰਦਾ ਏ। ਆ ਜਿਹੜੀਆਂ ਸਾਡੀ ਸਮਾਈਲ ਹੈ, ਸਾਡੇ ਹਾਸੇ ਸਿਰਫ ਤਸਵੀਰਾਂ ਵਿੱਚ ਨਕਲੀ ਆਰਟੀਫਿਸ਼ਲ ਨੇ। ਬਹੁਤੇ ਇਕੱਠ ਵਿੱਚ ਬਹਿ ਕੇ ਹੱਸਣ ਵਾਲੇ, ਬਹੁਤੀਆਂ ਮਹਿਫਲਾਂ ਸਜਾਉਣ ਵਾਲੇ ਜ਼ਿੰਦਗੀ ਵਿੱਚ ਸਦਾ ਇਕੱਲੇ ਹੀ ਹੁੰਦੇ ਆ, ਕੋਈ ਨਹੀਂ ਉਹਨਾਂ ਦਾ ਸਾਥੀ। ਮਿੱਤਰ ਬੜੇ ਸਾਡੇ, ਮਿੱਤਰਾਂ ਦੀ ਕੋਈ ਲਿਸਟ ਹੈਗੀ? ਹਜ਼ਾਰਾਂ ਦੋਸਤ ਨੇ ਸਾਡੇ ਤੇ ਤੁਹਾਡੇ ਸਭ ਦੇ ਹੋਣਗੇ, ਪਰ ਅਸਲ ਵਿੱਚ ਸਾਡਾ ਆਪਣਾ ਕੋਈ ਨਹੀਂ। ਆਖੋ ਸਤਿਨਾਮ। ਉਹਨਾਂ ਹਜ਼ਾਰਾਂ 'ਚ ਕੋਈ ਇੱਕ ਅੱਧਾ ਹੁੰਦਾ ਜਿਹੜਾ ਦਿਲ ਦਾ ਦਰਦ ਪਛਾਣਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਭਾਈ ਜਿੱਥੇ ਮਿਲੇ ਵਡਿਆਈਆਂ, ਉਹ ਰੱਬ ਦੇ ਘਰੋਂ ਜਿੱਥੋਂ ਵਡਿਆਈਆਂ ਮਿਲਦੀਆਂ ਸਦਾ ਖੁਸ਼ੀਆਂ ਮਿਲਦੀਆਂ। ਖੁਸ਼ੀ ਤੇ ਮਨ ਦੀ ਹੈ, ਬਾਹਰ ਦੀ ਕਿਹੜੀ ਖੁਸ਼ੀ ਹੈ? ਕਈ ਵਾਰ ਆਪਣੇ ਨਾਲ ਹੁੰਦਾ, ਆਪਾਂ ਚੰਗੇ ਮਹਿਫਲਾਂ 'ਚ ਬੈਠੇ ਹੁੰਦੇ ਆ, ਕਰੋੜਪਤੀ ਲੋਕਾਂ ਦੇ ਨਾਲ ਸਾਡਾ ਉੱਠਣਾ ਬੈਠਣਾ ਹੁੰਦਾ ਹੈ, ਵੱਡੀਆਂ ਵੱਡੀਆਂ ਪਾਰਟੀਆਂ 'ਚ ਬੈਠੇ, ਪਰ ਅਸੀਂ ਸੁੰਨਸਾਨ ਹੁੰਦੇ ਆ, ਕੁਛ ਵੀ ਚੰਗਾ ਨਹੀਂ ਲੱਗਦਾ ਹੁੰਦਾ ਆਪਣੇ ਨਾਲ। ਤੇ ਕਈ ਵਾਰ ਆਪਾਂ ਇਕੱਲੇ ਬੈਠੇ ਇੰਨੇ ਖੁਸ਼ ਹੁੰਦੇ ਆ, ਮੌਸਮ ਜਿਹੋ ਜਿਹਾ ਮਰਜ਼ੀ ਹੋਵੇ, ਜੀ ਕਰਦਾ ਜਿਹਦਾ ਦਿਲ ਹੀ ਬੜਾ ਵਧੀਆ ਹੈ। ਤੇ ਕਈ ਵਾਰ ਸੁਹਾਵਣਾ ਮੌਸਮ ਵੀ ਚੁੱਭਦਾ, ਬੰਦਾ ਕਹਿੰਦਾ ਬੋਰਿੰਗ ਹੈ, ਉਹ ਠੀਕ ਨਹੀਂ ਹੈ। ਕਿਉਂ? ਸੁੱਖ ਅਤੇ ਦੁੱਖ, ਖੁਸ਼ੀ ਅਤੇ ਗਮੀ ਮਨ ਦਾ ਕਨਸੈਪਟ ਹੈ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦਾ ਮਨ ਖੁਸ਼ ਹੈ ਨਾ, ਉਹ ਭਾਵੇਂ ਜੁੱਤੀਆਂ ਕੱਢਦੇ ਆ, ਉਹ ਭਾਵੇਂ ਖੱਡੀ ਬੁਣਦੇ ਆ, ਭਾਵੇਂ ਘਾਹ ਖੋਤਦੇ ਆ, ਭਾਵੇਂ ਉਹ ਦੁਨੀਆ ਦੀ ਕਿਰਤ ਕਰਦੇ ਹੁਣ ਰੋਜੀ ਲਈ, ਖੁਸ਼ ਬੜੇ ਆ। ਕਿਉਂਕਿ ਖੁਸ਼ੀਆਂ ਦੇਣ ਵਾਲਾ ਸੱਜਣ ਉਹਨਾਂ ਦਾ ਉਹਨਾਂ ਨੂੰ ਹਰ ਥਾਂ ਤੇ ਦਿਸਦਾ ਹੈ। ਮਨ ਵਿੱਚ ਚਾਅ ਏ, ਦੱਸੋ ਜੀ ਕਿਹਦੇ ਮਨ 'ਚ ਚਾਅ ਏ? ਨਕਲੀ ਹਾਸੇ ਸਭ ਖੋਲਦੇ, ਸਮਾਈਲਾਂ ਸਾਰੇ ਦਿੰਦੇ ਆ, ਜਿਹਦੀ ਮਰਜ਼ੀ ਫੇਸਬੁੱਕ ਖੋਲ ਕੇ ਵੇਖੋ, ਹਰ ਕੋਈ ਹੱਸਦਾ ਮਿਲਦਾ ਹੈ। ਪਰ ਅਸਲੀਅਤ ਵਿੱਚ ਜ਼ਿੰਦਗੀ 'ਚ ਜਾ ਕੇ ਪੁੱਛ, ਭਾਈ ਦੁਖੀ ਤੇ ਨਹੀਂ ਹੈ? ਕਹਿੰਦਾ ਭਰਾਵਾ ਬਹਿ ਜਾ, ਜੇ ਤੂੰ ਦਰਦ ਛੇੜਿਆ ਹੀ ਹੈ ਨਾ ਤੇ ਹੁਣ ਸੁਣ ਕੇ ਜਾਈ। ਰੋ ਪੈਂਦਾ ਬੰਦਾ ਸੁਣ ਕੇ, ਹਰ ਮਨੁੱਖ ਦੁਖੀ ਹੈ। ਹੱਸਦੇ ਵਸਦੇ ਪਰਿਵਾਰਾਂ ਵਿੱਚ ਕੱਲੇ ਨੂੰ ਜਾ ਕੇ ਪੁੱਛ ਵੀ ਤੁਸੀਂ 4 ਜਣੇ ਪਿਕਨਿਕ ਤੇ ਆਏ ਹੋ, ਬੜੇ ਖੁਸ਼ ਹੋ? ਕਹਿੰਦੇ ਹਾਂਜੀ। ਕੱਲੇ ਨੂੰ ਪੁੱਛੋ ਕਿੰਨੇ ਕੁ ਖੁਸ਼ ਹੋ? ਕਹਿੰਦਾ ਨਾ ਯਾਰ ਪੁੱਛਣਾ ਨਾ ਕਰਦਾ, ਮੈਂ ਭਾਵੁਕ ਹੋ ਜਾਣਾ। ਸਤਿਗੁਰ ਕਹਿੰਦੇ ਬੰਦਗੀ ਵਾਲੇ ਆਰਿਆਂ ਦੇ ਥੱਲੇ ਬੈਠੇ ਵੀ ਖੁਸ਼ ਨੇ। ਆਖੋ ਸਤਿਨਾਮ। ਓਏ ਉੱਥੇ ਜਲਾਦ ਸਾਹਮਣੇ ਬੈਠਾ ਹੈ ਭਾਈ ਮਨੀ ਸਿੰਘ ਦੇ, ਉਹ ਲੱਗਾ ਗੁੱਟ ਤੋਂ ਵੱਢਣ, ਕਹਿੰਦੇ ਨਾ ਯਾਰ ਏਦਾਂ ਨਾ ਕਰ, ਤੈਨੂੰ ਤੇਰੇ ਮਾਲਕ ਨੇ ਕਿਹਾ ਨਾ ਪੋਟਾ ਕਰਨਾ, ਤੇ ਫਿਰ ਉਂਗਲ ਤੋਂ ਸ਼ੁਰੂ ਕਰ। ਕਿੱਡੀ ਖੁਸ਼ੀ ਹੋਣੀ ਮਨ 'ਚ, ਕਿੰਨਾ ਚਾਹ ਹੋਣਾ। ਖੁਸ਼ੀ ਪੁੱਛੋ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ, ਜਿਨ੍ਹਾਂ ਦੇ ਗਏ ਤੋਂ ਦੁਨੀਆ ਰੋਈ, ਪਰ ਉਹ ਜੈਕਾਰੇ ਲਾਉਂਦੇ ਸੀ ਕੰਧਾਂ ਵਿੱਚ ਖੜ ਕੇ, ਮੌਤ ਦਾ ਕੰਮ ਨਹੀਂ ਸੀ। ਮਰਦ ਕਹਿੰਦੇ ਜਿੱਥੇ ਖੁਸ਼ੀਆਂ ਮਿਲਦੀਆਂ ਨੇ ਉੱਥੇ ਵਡਿਆਈ ਮਿਲਦੀ ਹੈ। ਰੱਬ ਦੇ ਪਿਆਰਿਆਂ ਨੂੰ ਇੱਥੇ ਮਾਣ ਮਿਲਦਾ ਤੇ ਦਰਗਾਹ ਦੇ ਵਿੱਚ ਵੀ ਸਤਿਕਾਰ ਮਿਲਦਾ ਹੈ। ਮਾਇਆਧਾਰੀ ਬੰਦਾ ਇੱਥੇ ਵੀ ਲੋਕਾਂ ਦੀ ਨਿੰਦਿਆ ਦਾ ਸ਼ਿਕਾਰ ਹੁੰਦਾ, ਤੇ ਅੱਗੇ ਤੇ ਫਿਰ ਜੋ ਹੋਣਾ ਰੱਬ ਹੀ ਜਾਣਦਾ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਬਚਨ ਦਾ ਪਹਿਲਾ ਬੋਲ ਪਾਦੇ ਤਾਈ ਉਚਾਰਿਆ ਏ, ਤਿੰਨ ਮੁਖ ਟਿਕੇ ਨਿਕਲੈ, ਜਿਨ ਮਨ ਸੱਚਾ ਨਾਉ। ਕਹਿੰਦੇ 3 ਮੁਖ ਟਿਕੇ ਨਿਕਲ ਹੈ, ਜਿਨ ਮਨ ਸੱਚਾ ਨਾਉ। ਜਿਨ੍ਹਾਂ ਦੇ ਮਨ ਵਿੱਚ ਸੱਚੇ ਪ੍ਰਮਾਤਮਾ ਦਾ ਨਾਮ ਵਸਦਾ ਨਾ, ਕਹਿੰਦੇ 3 ਮੁਖ ਉਹਨਾਂ ਦੇ ਮੂੰਹ ਉੱਪਰ ਟਿੱਕੇ ਤੇ ਨਿਸ਼ਾਨ ਮਿਲਦੇ ਭਗਤੀ ਦੇ। ਇੱਥੇ ਵੀ ਜਮਾਨਾ ਉਹਨਾਂ ਨੂੰ ਵੇਖ ਨਮਸਕਾਰ ਕਰਦੇ। ਕੋਈ ਸਾਧੂ ਬੰਦਗੀ ਵਾਲਾ ਹੋਵੇ, ਅਤ ਤਪਸਵੀ ਰੀਅਲ ਸੰਤ ਹੋਵੇ, ਬੰਦਗੀ ਵਾਲਾ, ਤੇ ਦੁਨੀਆ ਕਦੇ ਵੇਖਦੀ ਹੈ ਵੀ ਮਹਾਂਪੁਰਖਾਂ ਕੋਲ ਗਰੀਬੀ ਬੜੀ ਹੈ? ਨਹੀਂ, ਕਹਿੰਦੇ ਰੱਬ ਦੇ ਨੇੜੇ ਨੇ, ਬਹੁਤ ਗਰੀਬ ਨੇ। ਤੁਸੀਂ ਕੀ ਜਾਣਦੇ ਹੋ? ਰਾਜੇ ਮਹਾਰਾਜੇ ਬਾਹਰ ਬੈਠੇ ਹੁੰਦੇ ਆ ਦਰਵਾਜ਼ੇ ਤੇ ਮੱਥਾ ਟੇਕਣ ਵਾਸਤੇ, ਵਜ਼ੀਰ ਖੜੇ ਹੁੰਦੇ ਹੱਥ ਜੋੜ ਕੇ, ਨਹੀਂ ਮਿਲਦੇ, ਅੰਦਰੋਂ ਖੁਸ਼ ਨੇ, ਸੰਤੁਸ਼ਟ ਹਨ। ਕਹਿੰਦੇ ਜਦੋਂ ਦਰਗਾਹ ਦੇ ਵਿੱਚ ਜਾਂਦੇ ਆ, ਉੱਥੇ ਵੀ ਕੋਈ ਓਏ ਨਹੀਂ ਕਹਿੰਦਾ, ਉੱਠ ਕੇ ਮਿਲਦੇ ਆ ਸਾਰੇ, ਰੀਰੀ ਕਰਕੇ ਕਹਿਣਾ ਅਦਬ ਮਿਲਦਾ ਹੈ। ਮਰਦ ਕਹਿੰਦੇ ਉਹਨਾਂ ਕੋਲ ਨਾਮ ਦਾ ਖਜ਼ਾਨਾ ਹੈ। ਜਿਹਦੇ ਕੋਲ ਬੰਦਗੀ ਹੈ, ਜਿਹਦੇ ਕੋਲ ਨਾਮ ਹੈ, ਉਹ ਦੁਖੀ ਕਦੇ ਨਹੀਂ, ਉਹ ਦੁੱਖਾਂ ਵਿੱਚ ਵੀ ਹੱਸਦੇ ਆ। ਉਹ ਅਸੀਂ ਖੁਸ਼ੀਆਂ ਵਿੱਚ ਵੀ ਰੋਂਦੇ ਆ। ਸਤਿਨਾਮ। ਇਹ ਫਰਕ ਹੈ। ਇੱਥੇ ਗਰੀਬੀ ਜੀਵਨ ਦੀ ਹੈ,
ਗਰੀਬੀ ਦਾ ਮਤਲਬ ਇਹ ਨਹੀਂ ਮਰਦ ਕਹਿੰਦੇ ਵੀ ਮੈਲੇ ਕੁਚਾਲੇ ਪਾਟੇ ਕੱਪੜੇ ਪਾ ਕੇ ਗੁਰਦੁਆਰੇ ਆ ਲੋਕਾਂ ਨੂੰ ਵਿਖਾਓ ਮੈਂ ਤੇ ਬਹੁਤ ਗਰੀਬ ਆ। ਬੜੇ ਲੋਕਾਂ ਦਾ ਕੰਮ ਹੁੰਦਾ ਜੀ, ਅਰਬਾਂ ਖਰਬਾਂ ਪਤੀ ਨੇ ਗੁਰਦੁਆਰੇ ਜਾਣ ਕੇ ਫਟੇ ਪੁਰਾਣੇ ਕੱਪੜੇ ਪਾ ਕੇ ਵੀ ਲੋਕਾਂ ਤੋਂ ਸਿੰਪਤੀ ਮਿਲੇ ਵੀ ਵੇਖੋ ਐਡਾ ਵੱਡਾ ਬੰਦਾ ਜੀ ਡਾਊਨ ਟੂ ਅਰਥ ਹੈ। ਅੰਦਰ ਹੈ ਉਹਨਾਂ ਦੇ ਕਿਤੇ ਨਾ ਕਿਤੇ ਆਪਣੇ ਬਾਰੇ ਸੁਣਨ ਲਈ, ਸਭ ਲਈ ਨਹੀਂ ਹੈ। ਤੇ ਗੁਰੂ ਸਾਹਿਬ ਆਖਣ ਲੱਗੇ ਕਹਿੰਦੇ ਭਾਈ 3 ਮੁਖ ਟਿੱਕੇ ਨਿਕਲਿਆ ਹੈ, ਕਹਿੰਦੇ ਉਹਨਾਂ ਦੇ ਮੱਥੇ ਤੇ ਨਾਮ ਦਾ ਟਿੱਕਾ ਲੱਗਾ ਹੋਇਆ। ਜਿਵੇਂ ਕੋਈ VIP ਬੰਦਾ ਜਾਂਦਾ ਨਾ, ਗੱਡੀ ਤੇ ਸਾਇਰਨ ਲੱਗਾ, ਹੂਟਰ ਲੱਗਾ ਤੇ ਹਰ ਕੋਈ ਸਲਾਮ ਕਰਦਾ, ਸਲੂਟ ਹੁੰਦਾ ਹੈ। ਤੇ ਬੰਦਗੀ ਵਾਲੇ ਕਹਿੰਦੇ ਜਦ ਦਰਗਾਹ ਦੇ ਵਿੱਚ ਜਾਂਦੇ ਆ ਇੱਥੇ ਵੀ ਵਿਚਰਦੇ ਆ, ਦੁਨੀਆ ਸਤਿਕਾਰ ਕਰਦੀ ਹੈ। ਕਰਮ ਮਿਲੇ ਤਾਂ ਪਾਈਏ, ਨਾਹੀ ਗਲੀ ਵਾਓ ਦੁਆਓ। ਪਾਤਸ਼ਾਹ ਕਹਿੰਦੇ ਆ ਜਿਹੜੇ ਰੁਤਬੇ ਨੇ ਨਾ, ਕਰਮ ਮਿਲੇ ਤਾਂ ਪਾਈਏ, ਬਿਨਾਂ ਕਰਮਾਂ ਤੋਂ ਸਤ ਸੰਗਤ ਨਹੀਂ ਮਿਲਦੀ, ਬਿਨਾਂ ਭਾਗਾਂ ਤੋਂ ਗੁਰੂ ਨਹੀਂ ਮਿਲਦਾ। ਕਹਿੰਦੇ ਕਰਮਾਂ ਤੋਂ ਬਿਨਾਂ ਨਹੀਂ ਮਿਲਦੇ। ਜਿਨ੍ਹਾਂ ਦੇ ਕਰਮ ਜਾਗੇ ਉਹਨਾਂ ਨੇ ਨਾਮ ਦੀ ਦਾਤ ਪਾ ਲਈ, ਉਹਨਾਂ ਨੂੰ ਸਤਿਗੁਰ ਪੂਰਾ ਮਿਲਿਆ। ਨਾ ਹੀ ਗੱਲੀ ਵਾਓ ਦੁਆਓ। ਮਰਦ ਕਹਿੰਦੇ ਨਹੀਂ ਤੇ ਸਭ ਗੱਲਾਂ ਬਾਤਾਂ ਵਾਲੇ ਨੇ। ਆਖੋ ਸਤਿਨਾਮ। ਮੈਂ ਰੱਬ ਦੀਆਂ ਗੱਲਾਂ ਕਰਾਂ, ਮੇਰੀ ਕਿੰਨੀ ਕੁ ਭਗਤੀ ਹੈ? ਜ਼ਰੂਰੀ ਥੋੜਾ ਮੇਰੇ ਵਰਗਾ ਕਥਾ ਕਰਦਾ ਤੇ ਨਾਮ ਹੀ ਜਪਦਾ, ਇਹ ਕਿੱਥੇ ਲਿਖਿਆ ਹੈ? ਹਾਂ, ਜਿਹਦੇ ਅੰਦਰ ਭਗਤੀ ਹੈ, ਜਿਹਦੇ ਅੰਦਰ ਸਿਮਰਨ ਹੈ, ਉਹਦੀਆਂ ਗੱਲਾਂ ਤੇ ਐਸੀਆਂ ਨੇ। ਉਹਨੇ ਕਿਸੇ ਚੰਗੇ ਭਲੇ ਨੂੰ ਕਹਿੰਦਾ ਨਾ ਅੱਜ ਤੂੰ ਇਹ ਕੰਮ ਨਹੀਂ ਕਰਨਾ, ਅੰਦਰ ਠਹਿਰ ਜਾਂਦਾ ਵੀ ਉਸ ਗੁਰਮੁਖ ਪਿਆਰੇ ਨੇ ਬਚਨ ਆਖਿਆ ਹੀ ਨਹੀਂ ਕਰਨਾ। ਇਹ ਭਗਤੀ ਹੈ। ਤੇ ਮੇਰੇ ਵਰਗਾ ਜਿਹਨੂੰ ਮਰਜ਼ੀ ਜੋ ਮਰਜ਼ੀ ਕਈ ਲੋਕ ਟੇਚ ਸਮਝਦੇ, ਕਹਿੰਦੇ ਯਾਰ ਰਹਿਣ ਦੇ, ਨਾ ਕਰਿਆ ਨਾ ਗਿਆ। ਗੁਰੂ ਸਾਹਿਬ ਕਹਿੰਦੇ ਨਾ ਹੀ ਗੱਲੀ ਵਾਓ ਦੁਆਓ। ਵਾਓ ਨਾਮ ਹਵਾ ਦਾ, ਕਹਿੰਦੇ ਬਾਕੀ ਗੱਲਾਂ ਹਵਾ ਚ ਨੇ ਲੋਕਾਂ ਦੀਆਂ। ਜੇ ਭਗਤੀ ਨਹੀਂ, ਭਗਤੀ ਤੋਂ ਬਗੈਰ ਅਮੀਰ ਬੰਦਾ ਚਾਹੇ ਉਹ ਰਾਜਾ ਵੀ ਬਣ ਗਏ, ਅੱਜ ਦੇ ਸਮੇਂ ਵੀ ਕੋਈ ਪ੍ਰਧਾਨ ਮੰਤਰੀ ਰਾਜਾ ਬਣ ਜਾਏ, ਜਦ ਤੱਕ ਉਹ ਰਾਜਾ ਉਦੋਂ ਤੱਕ ਹੀ ਉਹਦੀ ਗੱਲ ਮੰਨੀ ਜਾਂਦੀ, ਮੁੜ ਕੇ ਕੋਈ ਪੁੱਛਦਾ ਹੈ? ਕੋਈ MC ਹੋਵੇ, MLA ਹੋਵੇ, MP ਹੋਵੇ ਜਾਂ ਚੰਗੇ ਰੁਤਬੇ ਤੇ ਹੋਵੇ, ਜਿੱਦਣ ਰਿਟਾਇਰਮੈਂਟ ਮਿਲ ਗਈ ਪਿੱਛੇ ਹਟ ਗਿਆ, ਕੋਈ ਨਹੀਂ ਪੁੱਛਦਾ ਹੁੰਦਾ ਕਿਸੇ, ਕੋਈ ਪਾਵਰ ਨਹੀਂ ਰਹਿੰਦੀ, ਵਿਹਲਾ ਹੋ ਜਾਂਦਾ ਬੰਦਾ। ਪਰ ਸਤਿਗੁਰ ਕਹਿੰਦੇ ਬੰਦਗੀ ਵਾਲਿਆਂ ਦੀ ਕਦੇ ਰਿਟਾਇਰਮੈਂਟ ਨਹੀਂ ਹੈ। ਕਿਸੇ ਵੀ ਉਮਰ ਵਿੱਚ ਹੋਣ, ਉਹਨਾਂ ਦੇ ਬੋਲਾਂ ਵਿੱਚ ਸੱਤਿਆ ਹੁੰਦੀ, ਜਿਹੜਾ ਬੋਲ ਜਮਾਨੇ ਨੂੰ ਕਹਿ ਦੇਣ, ਦੁਨੀਆ ਨੂੰ ਕੀਲ ਕੇ ਰੱਖ ਦਿੰਦੇ ਨੇ। ਚੋਪਈ ਨਹਿ ਪਾਦਾ ਉਰ ਢਾਰੂ ਐਸੀ, ਅਗਿਆਨੀ ਨਰ ਮਰਹਿ ਜੈਸੀ। ਸਤਿਗੁਰ ਕਹਿੰਦੇ ਪਾਦਾ ਦੀ ਮਨ ਵਿੱਚ ਇਹ ਨਾ ਸੋਚੋ ਵੀ ਅਗਿਆਨੀ ਬੰਦਾ ਮਰਦਾ ਹੈ ਤੇ ਸ਼ਾਇਦ ਸੁੱਖਾਂ ਦੀ ਮੌਤ ਮਰਦਾ ਹੈ। ਮੌਤ ਮੌਤ ਹੈ, ਮੌਤ 'ਚ ਕੋਈ ਫਰਕ ਨਹੀਂ ਹੈ। ਹਾਂ, ਮੌਤ ਆਉਣ ਦੇ ਤਰੀਕਿਆਂ ਦਾ ਫਰਕ ਹੈ, ਤਰੀਕੇ ਵੱਖਰੇ ਹੋ ਸਕਦੇ ਆ। ਮਰਨਾ ਮਰਨਾ ਹੀ ਹੈ, ਚਾਹੇ ਸਾਧੂ ਹੋਵੇ, ਫਕੀਰ ਹੋਵੇ, ਗੁਰੂ ਪੀਰ ਹੋਵੇ, ਕੋਈ ਮਨੁੱਖ ਹੋਵੇ, ਸਾਧਤ ਹੋਵੇ। ਮੌਤ ਅਟਲ ਸਚਾਈ ਹੈ, ਪਰ ਮੌਤ ਕਿਸੇ ਲਈ ਦੁਖਦਾਈ ਹੈ ਤੇ ਕਿਸੇ ਲਈ ਸੁਖਦਾਈ ਹੈ। ਹੁਣ ਸ਼ਹੀਦ ਲੋਕ ਨੇ ਜਿਹੜੇ, ਉਹ ਮੌਤ ਤੋਂ ਬਾਅਦ ਸ਼ਹੀਦਾਂ ਦੀ ਜ਼ਿੰਦਗੀ ਆਰੰਭ ਹੁੰਦੀ ਹੈ ਤੇ ਸਾਡੀ ਮਰਨ ਤੋਂ ਪਹਿਲੀ ਜ਼ਿੰਦਗੀ ਮੁੱਕੀ ਹੁੰਦੀ ਹੈ। ਆ 60 ਸਾਲ ਤੋਂ ਬਾਅਦ ਜਿਹਨੂੰ ਮਰਜ਼ੀ ਪੁੱਛ ਲਾ, ਹਾਂ ਬਾਈ ਫਿਰ ਚੱਲੀਏ ਕੈਨੇਡਾ, ਕਹਿੰਦਾ ਨਾ ਯਾਰ ਬਸ ਹੁਣ ਤੇ ਬੜੀਆਂ ਚਲਤਾਂ ਨੇ, ਹੁਣ ਕੀ ਕਰਨਾ ਹੈ, ਹੁਣ ਕੀ ਕਰਨੀ ਕੀ ਯਾਰ, ਟੁੱਟੇ ਪਏ ਆ ਨਾ। ਪਹਿਲਾਂ ਹੀ ਮੌਤ ਦਾ ਖੌਫ ਸਤਾਈ ਜਾਂਦਾ। ਤੇ ਬੰਦਗੀ ਵਾਲਿਆਂ ਨੂੰ ਕੋਈ ਆਖੇ ਹਾਂ ਬਾਈ ਫਿਰ ਕਿੱਦਾਂ, ਉਹ ਕਹਿੰਦੇ ਮੋਹੇ ਮਰਨੇ ਕਾ ਚਾਹ ਹੈ, ਡਰ ਹੀ ਕੋਈ ਨਹੀਂ। ਕਹਿੰਦੇ ਜਦ ਤੱਕ ਜਿਉਣਾ ਠਾਠ ਨਾਲ ਜਿਉਣਾ, ਡਰ ਡਰ ਥੋੜਾ ਜਿਉਣਾ ਹੈ। ਮੈਂ ਜਿਹਨੂੰ ਮਰਜ਼ੀ ਛੇੜ ਕੇ ਵੇਖ ਲੂ, ਹਰੇਕ ਬੰਦਾ ਰੋਗੀ ਹੈ ਮਨ ਕਰਕੇ, ਹਰੇਕ ਪਰੇਸ਼ਾਨ ਹੈ। ਜ਼ਿਆਦਾਤਰ ਧਰਮ ਦੀ ਥਾਂ ਤੇ ਲੋਕ ਉਹੀ ਆਉਂਦੇ ਆ ਜਿਹੜੇ ਮਨ ਦੁਖੀ ਆਉਂਦੇ ਆ। ਬਾਬਾ ਜੀ ਆਹ ਕਰਾ ਦਿਓ, ਮੇਰਾ ਵੀਜ਼ਾ ਲਵਾ ਦਿਓ, ਸੱਚੇ ਪਾਤਸ਼ਾਹ ਮੇਰਾ ਆਹ ਕਾਰਜ ਕਰਾ ਦਿਓ, ਮੇਰਾ ਕੇਸ ਫਤੇ ਹੋ ਗਏ, ਇੱਥੇ ਉੱਚੇ ਕਰਦੇ ਸੀ। ਪਰ ਮਨ ਗੱਲਾਂ ਹੋਰ ਕਰ ਰਹੇ ਆ। ਕਹਿੰਦੇ ਭਾਈ ਦੁਨੀਆ ਦੇ ਲੋਕ ਪੈਸੇ ਕਰਕੇ ਕੋਈ ਅਮੀਰ ਨਹੀਂ ਹੁੰਦਾ, ਅਮੀਰੀ ਤੇ ਦਿਲ ਦੀ ਹੈ। ਤੁਸੀਂ ਅਰਬਾਂ ਖਰਬਾਂ ਪਤੀ ਹੋ, ਕਿਸੇ ਨੂੰ ਰਸਤੇ 'ਚ ਚਾਹ ਨਹੀਂ ਪਿਲਾ ਸਕਦੇ, ਕੀ ਕਰਨੀ ਤੁਹਾਡੀ ਅਮੀਰੀ? ਕਿਸੇ ਕੰਮ ਆਊਗੀ? ਤੁਸੀਂ ਲੱਖ ਗਰੀਬ ਹੋ, ਰੋਟੀ ਖਾਣ ਵੇਲੇ ਵੀ ਇੱਕ ਰੋਟੀ ਚੁੱਕ ਕੇ ਨਾਲ ਦੇ ਨੂੰ ਦੇ ਰਹੇ ਹੋ, ਲੈ ਭਾਈ ਰਲ ਮਿਲ ਕੇ ਖਾ ਲੈ, ਕੋਈ ਨਹੀਂ, ਇਹੀ ਹੈ ਆਪਣੇ ਕੋਲੇ। ਅਸਲ ਅਮੀਰ ਤੇ ਉਹ ਹੈ। ਗਰੀਬੀ ਅਮੀਰੀ ਕੋਈ ਤਨ ਦੇ ਪੱਧਰ ਤੇ ਥੋੜਾ ਹੁੰਦੀ ਜਿਹਨੂੰ ਅਸੀਂ ਬਣਾਈ ਫਿਰਦੇ ਹਾਂ ਦੁਨਿਆਵੀ ਤੌਰ ਤੇ। ਗਰੀਬੀ ਅਮੀਰੀ ਤੇ ਦਿਲ ਦੀ ਹੁੰਦੀ ਹੈ। ਬੜੇ ਅਮੀਰ ਮੈਂ ਵੇਖੇ ਨੇ ਸੂਮ ਹੁੰਦੇ ਆ, ਮਰ ਜਾਂਦੇ ਪੈਸੇ ਪਿੱਛੇ, ਮੁੜ ਕੇ ਉਹਨਾਂ ਦੇ ਮਰਨ ਤੋਂ ਬਾਅਦ ਐਫਡੀਆਂ ਬੈਂਕ 'ਚ ਰਹਿ ਜਾਂਦੀਆਂ ਨੇ, ਜਾਂ ਧੀ ਪੁੱਤ ਚੈਰਿਟੀ ਨੂੰ ਦੇ ਦਿੰਦੇ ਆ, ਜਾਂ ਕਹਿਣੇ ਤੋਂ ਬਾਹਰ ਹੋ ਜਾਂਦੇ ਆ। ਇੱਕ ਗਰੀਬ ਹੁੰਦਾ ਹੈ
जिन्हें जीवन में वंड के खाधा, वंड के छकिया, चंगे काम कीते, किरत कीती, नाम जपिया, ਉਹਦੇ ਮਰਿਆਂ ਤੋਂ ਬਾਅਦ ਲੋਕ ਵੀ ਕਹਿੰਦੇ ਕਿ ਬੰਦਾ ਦਿਲਦਾਰ ਸੀ, ਹੱਸ ਕੇ ਬੁਲਾਉਂਦਾ ਸੀ, ਪਰ ਉਹਦਾ ਹਾਸਾ ਫੇਕ ਨਹੀਂ ਸੀ, ਦੁਨਿਆਵੀ ਨਹੀਂ ਸੀ। ਮਿਲਦੇ ਤੇ ਆਪਾਂ ਵੀ ਹੱਸ ਕੇ, ਉਹ ਸਾਡੇ ਅੰਦਰ ਤੇ 100 ਰੋਲੇ ਚੱਲਦੇ ਪਾਪ ਦੇ, 100 ਵਾਰ ਸੋਚੀਦਾ ਉਤੋਂ ਹਾਂਜੀ ਹਾਂਜੀ ਕਰਦੇ ਅੰਦਰ ਤੇ ਜ਼ਹਿਰ ਘੁਲਦਾ ਹੈ। ਮਰਦ ਕਹਿੰਦੇ ਜਿਨ੍ਹਾਂ ਦੇ ਅੰਦਰ ਖੁਸ਼ੀਆਂ ਨੇ ਉਹੀ ਖੁਸ਼ੀਆਂ ਦੇ ਸਕਦੇ। ਆਖੋ ਸਤਿਨਾਮ। ਭਾਈ ਜੀ ਨੇ ਖੁਸ਼ੀਆਂ ਬੀਜੀਆਂ ਨੇ, ਵੱਡੇਗਾ ਵੀ ਉਹੀ। ਅਸੀਂ ਸੱਚੀ ਲੋਕਾਂ ਨੂੰ ਇੰਟਰਨੈਟ ਤੇ ਬੜੀਆਂ ਖੁਸ਼ੀਆਂ ਦੇ ਰਹੇ ਹਾਂ, ਕੋਸ਼ਿਸ਼ ਕਰਦੇ ਹਾਂ ਕਿਸੇ ਦਾ ਬਰਥਡੇ ਆ ਕੇ ਦੇ ਪਾਰਟੀ ਤੇ ਪਾਰਟੀ, ਸੈਲੀਬ੍ਰੇਸ਼ਨ ਤੇ ਸੈਲੀਬ੍ਰੇਸ਼ਨ ਕਰ ਰਹੇ ਹਾਂ ਨਾ। ਦੋਨੋਂ ਹੀ ਦੁਖੀ ਨੇ। ਇੱਕ ਨੂੰ ਬਰਥਡੇ ਵਾਲੇ ਦਿਨ ਫਿਕਰ ਪਿਆ ਹੁੰਦਾ ਯਾਰ ਮੇਰੀ ਤੇ ਉਮਰ ਘਟਦੀ ਜਾਂਦੀ ਹੈ, ਲੋਕੀ ਕਹਿੰਦੇ ਤੈਨੂੰ ਮੁਬਾਰਕਬਾਦ ਹੈ ਬਈ ਤੂੰ ਵੱਡਾ ਹੋ ਗਿਆ, ਪਰ ਜਦੋਂ ਬਾਣੀ ਦੀ ਸਮਝ ਆਉਂਦੀ ਫਿਰ ਸਮਝ ਆਉਂਦਾ ਹੈ ਮੋਰ ਮੋਰ ਕਰ ਅਲਕ ਲਾਲ ਵੇਖਤ ਹੀ ਜਮਰਾਓ ਹੱਸੈ। ਕਹਿੰਦੇ ਬੰਦਾ ਬਰਥਡੇ ਮਨਾਉਂਦਾ, ਖੁਸ਼ੀ ਮਨਾਉਂਦਾ ਤੇ ਜਮਰਾਜ ਹੱਸਦੇ, ਕਹਿੰਦੇ ਪੁੱਤ ਨੇੜੇ ਹੀ ਆ ਰਿਹਾ ਸਮਾਂ, ਤੂੰ ਵੱਡਾ ਨਹੀਂ ਹੋ ਰਿਹਾ, ਛੋਟਾ ਹੁੰਦਾ ਜਾਂਦਾ ਹੈ। ਦੁਨੀਆ ਪੁੱਠੇ ਪਾਸੇ ਤੋਂ ਸੋਚਦੀ ਹੈ। ਰੱਬ ਦੇ ਪਿਆਰੇ ਹਮੇਸ਼ਾ ਖੁਸ਼ ਰਹਿੰਦੇ ਆ ਤੇ ਉਹ ਖੁਸ਼ੀਆਂ ਪ੍ਰਦਾਨ ਕਰਦੇ ਆ। ਜਿਹਦੇ ਕੋਲ ਆਪਣੇ ਕੋਲੇ ਦੁੱਖ ਨੇ ਉਹ ਦੂਜੇ ਨੂੰ ਕੀ ਖੁਸ਼ੀ ਦੇ ਸਕਦਾ? ਦੇ ਸਕਦਾ ਨਹੀਂ। ਹੁਣ ਇੱਕ ਸ਼ਰਾਬ ਵੇਚਣ ਵਾਲਾ ਹੋਵੇ, ਉਹ ਦੁੱਧ ਵੇਚ ਸਕਦਾ ਹੈ? ਸ਼ਰਾਬ ਹੀ ਵੇਚੂਗਾ। ਤੇ ਦੁੱਧ ਵੇਚਣ ਵਾਲੇ ਨੂੰ ਆਖੋ ਵੀ ਕੱਲ ਨੂੰ 5 ਲੀਟਰ ਢੋਲ 'ਚ ਸ਼ਰਾਬ ਲਈ, ਕਹਿੰਦਾ ਨਾ ਬਾਬਾ ਮੈਥੋਂ ਆਣਾ ਵਧੀਆ ਹੋ ਕੇ ਦੁੱਧ ਗਾਂ ਦਾ ਲੈਣਾ, ਮੱਝ ਦਾ ਲੈਣਾ, ਮਿਲ ਜੂਗਾ। ਆ ਕੁੱਤੇ ਕੰਮ ਸਾਡੇ ਕੋਲ ਨਹੀਂ ਹੈ। ਫਰਕ ਆ। ਜਿਹਦੇ ਆਪਣੇ ਕੋਲ ਖੁਸ਼ੀ, ਜਿਹੜਾ ਆਪ ਖੁਸ਼ ਹੈ, ਦੂਜੇ ਨੂੰ ਖੁਸ਼ੀ ਦੇ ਸਕਦਾ ਹੈ। ਜਿਹੜਾ ਆਪ ਹੀ ਕਰਮਾਂ ਨਾਲ ਰੋਂਦਾ ਫਿਰਦਾ, ਉਹਦੀ ਖੁਸ਼ੀ ਕਾਹਦੀ ਖੁਸ਼ੀ ਹੈ? ਮਰਦ ਕਹਿੰਦੇ ਦੁਨੀਆ ਦੇ ਦੁਨੀਆਦਾਰ ਮਾਇਆ ਬਣੇ, ਦੁਖੀ ਬਣੇ ਆ, ਬਹੁਤ ਦੁਖੀ ਨੇ। ਅੰਦਰ ਇੰਨੇ ਦੁੱਖ, ਇੰਨੇ ਦੱਬੀ ਫਿਰਦੇ ਆ। ਕਹਿੰਦੇ ਬਾਹਰੋਂ ਹਾਸਿਆਂ ਦੀਆਂ ਗੱਲਾਂ ਕਰਦੇ, ਪਾਦਾ ਜੀ ਉਹ ਖੁਸ਼ ਨਹੀਂ ਨੇ। ਕੀ ਕਰਨੀ ਉਹਨਾਂ ਦੀ ਖੁਸ਼ੀਆਂ? ਸਿਰਫ ਗੱਲੀ ਬਾਤੀ ਨੇ ਖੁਸ਼, ਗੱਲਾਂ ਨਾਲ ਵੱਡੇ ਨੇ। ਇਹਨਾਂ ਹਵਾਵਾਂ ਦੇ ਵਿੱਚ ਅੰਦਰੋਂ ਰੋਂਦੇ ਹਨ। ਸ਼ਹਿ ਸ਼ੋਕਨ ਸੋ ਮਰਨਾ ਤਿਨ ਕੋ, ਜਨਮ ਜੋਨ ਪੁਨ ਪੁਨ ਤਿਨ ਗਨ ਕੋ। ਤੁਹਾਨੂੰ ਲੱਗਦਾ ਵੀ ਅਮੀਰ ਜ਼ਿਆਦਾ ਸੁਖੀ ਹੈ? ਮਰਦ ਕਹਿੰਦੇ ਨਹੀਂ, ਉਹ ਹਰ ਵੇਲੇ ਸ਼ੋਕ ਵਿੱਚ ਰਹਿੰਦਾ ਹੈ, ਹਰ ਵੇਲੇ। ਅਮੀਰਾਂ ਨੂੰ ਵੇਖ ਲਿਓ ਕਦੇ ਨੇੜੇ ਹੋ ਕੇ, ਜਦੋਂ 40-45 ਟੱਪ ਜਾਂਦੇ ਫਿਕਰ ਲੱਗਣ ਲੱਗ ਪੈਂਦਾ ਵੀ ਯਾਰ ਪ੍ਰਾਪਰਟੀ ਦਾ ਕੀ ਬਣੂਗਾ, ਉਮਰ ਹੀ ਥੋੜੀ ਰਹਿ ਗਈ। ਕਦੇ ਉਹ ਸਰਜਰੀਆਂ ਕਰਾਉਂਦੇ ਫਿਰਦੇ ਆ, ਪਲਾਸਟਿਕ ਸਰਜਰੀ, ਮੈਂ ਬੁੱਢਾ ਨਾ ਲੱਗਾ। ਵਾਲ ਵੂਲ ਜੇ ਕਾਲੇ ਕਰਦੇ ਫਿਰਦੇ, 70 ਸਾਲ ਦੀ ਹੋ ਗਈ ਵੀ ਮੈਂ ਤੇ ਬਸ ਕੁੜੀ ਮੁੰਡਾ ਹੀ ਲੱਗਾ। ਮੈਨੂੰ ਕੋਈ ਮਾੜੇ ਲੱਗੇ, ਕੋਈ ਬਜ਼ੁਰਗੀ ਨਾ ਆਖਦੇ, ਮੈਨੂੰ ਚਿੰਤਾ ਪਈ ਹੋਈ ਅੰਦਰੋਂ, ਫਿਕਰ ਲੱਗਿਆ ਹੋਇਆ ਹੈ। ਆਪਣੇ ਆਪ ਨੂੰ ਆਰਟੀਫਿਸ਼ਲ ਦੇ ਰਹੇ ਆ, ਸਾਰਾ ਕੁਝ ਨਕਲੀ ਬਣਾ ਰਹੇ ਆ, ਦਵਾਈਆਂ ਖਾਂਦੇ ਫਿਰਦੇ ਆ, ਥਾਂ ਥਾਂ ਤੇ ਕਲਪਦੇ ਫਿਰਦੇ ਆ। ਚਿੰਤਾ ਫਿਰ ਵੀ ਖਹਿੜਾ ਨਹੀਂ ਛੱਡਦੀ। ਕਹਿੰਦੇ ਕੀ ਕਰੀਏ ਹੁਣ, ਸਰੀਰ ਛਿੱਜਦਾ ਜਾਂਦਾ ਹੈ, ਕਮਜ਼ੋਰ ਹੁੰਦਾ ਜਾਂਦਾ ਹੈ। ਹੁਣ ਤੇ ਵਿਟਾਮਿਨ ਵੀ ਕੰਮ ਨਹੀਂ ਕਰਦੇ। ਕਿਉਂ ਕਰਨਗੇ? ਜੋ ਪਰਮਾਤਮਾ ਨੇ ਕੀਤਾ ਹੈ ਉਹ ਉਸੇ ਤਰ੍ਹਾਂ ਰਹਿਣਾ ਹੈ। ਬੇਸ਼ੱਕ ਅੱਜ ਵੱਖ-ਵੱਖ ਮੈਡੀਕਲ ਸਾਇੰਸ ਵਿੱਚ ਹੋ ਰਿਹਾ ਹੈ, ਐਂਟੀ ਰਿਵਰਸ ਮੈਡੀਸਨ ਆ ਗਈ ਹੈ ਵੀ ਬੰਦੇ ਨੂੰ ਜਵਾਨ ਕਰ ਦੂ। ਜੇ 60 ਸਾਲ ਦਾ ਹੈ, ਇੰਜੈਕਸ਼ਨ ਲਵਾ ਲਵੇ 1 ਹਫ਼ਤਾ ਲਗਾਤਾਰ, 25 ਸਾਲ ਪੁਰਾਣਾ ਹੋ ਜਾਊਗਾ। ਤੇ ਉਹਦੇ ਸਾਈਡ ਇਫੈਕਟ ਕਿੰਨੇ ਆਉਣਗੇ? ਹੋ ਸਕਦਾ ਇੱਦਾਂ ਕਦੇ? ਸਾਇੰਸ ਕਰ ਸਕਦੀ ਹੈ, ਪਰ ਸਕਸੈਸ ਬਹੁਤੀ ਦੇਰ ਨਹੀਂ ਹੁੰਦਾ, ਕਿਉਂਕਿ ਜੋ ਉਹਨੇ DNA ਪਾਇਆ, ਜੋ ਉਹਨੇ ਬਣਾਇਆ ਹੋਇਆ ਨਾ, ਉਹਦੇ ਮੁਤਾਬਕ ਸਾਰਾ ਕੁਝ ਚੱਲਦਾ ਹੈ, ਉਹਦੀ ਰਜ਼ਾ ਹੈ। ਮਰਦ ਕਹਿੰਦੇ ਜਿਹੜਾ ਆਪ ਦੁਖੀ ਹੈ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦਾ। ਭਾਈ ਉਹਦੇ ਪਦਾਰਥ ਇੰਨੇ ਨਹੀਂ, ਉਹਨੂੰ ਚਿੰਤਾ ਲੱਗੀ ਹੋਈ ਹੈ, ਧੀਆਂ ਪੁੱਤਾਂ ਦੀ ਬਹੁਤੇ ਫਿਕਰ ਨੇ, ਉਹਨੂੰ ਕੱਪੜਿਆਂ ਦੇ ਫਿਕਰ ਸਤਾਈ ਜਾਂਦੇ ਆ, ਉਹਨੂੰ ਖਾਣ ਪੀਣ ਦੇ ਫਿਕਰ ਲੱਗੇ ਰਹਿੰਦੇ ਆ। ਕਹਿੰਦੇ ਉਹਦਾ ਜਿਉਣਾ ਕਾਹਦਾ ਜਿਉਣਾ ਹੁੰਦਾ? ਅਮੀਰ ਬੰਦੇ ਦਾ ਜਿਉਣਾ ਵੀ ਸ਼ੋਕ ਸਭਾ ਹੁੰਦੀ ਹੈ। ਕਿਸੇ ਬਹਿ ਕੇ ਵੇਖਿਓ ਪੈਸੇ ਵਾਲੇ ਬੰਦੇ ਕੋਲ, ਬਸ ਉਹਦੇ ਕੋਲ ਮਾਇਆ ਦੀਆਂ ਗੱਲਾਂ ਚੱਲਦੀਆਂ ਨੇ ਜੀ, ਇੱਥੋਂ ਘਾਟਾ ਪੈ ਗਿਆ ਜੀ, ਉਹ ਲੋਨ ਚੱਕਿਆ ਸੀ, ਆ ਫਲਾਣਾ ਹੋ ਗਿਆ, ਹੁਣ ਗੱਡੀ ਦਾ ਵੀ ਲੋਨ ਚੜਿਆ ਸਿਰ ਤੇ, ਹੁਣ ਬੇਟੇ ਕੋਲ ਕੰਮ ਨਹੀਂ, ਉਹਦੇ ਕੋਲ ਜੌਬ ਨਹੀਂ, ਆਈ ਟੈਨਸ਼ਨ। ਗਰੀਬ ਕੋਲ ਬੈਠੋ ਕਦੇ ਜਾ ਕੇ, ਜਿਹੜਾ ਰੱਬ ਨਾਲ ਜੁੜਿਆ, ਉਹਦੇ ਕੋਲ ਕੋਈ ਆਖੇ ਬਾਬਾ ਜੀ ਕੱਲ ਦੀ ਰੋਟੀ ਦਾ ਆਟਾ ਹੈ, ਉਹ ਕਹਿੰਦਾ ਕੋਈ ਨਹੀਂ ਭਗਤਾ, ਜਿਹਨੇ ਅੱਜ ਦਿੱਤੀ ਉਹ ਕੱਲ ਵੀ ਦਊਗਾ। ਖੁਦਾ ਨਾਮ ਇੰਨਾ ਹੌਸਲਾ। ਆ ਪਿੱਛੇ ਜੇ ਕਰੋਨਾ ਦਾ ਪ੍ਰਕੋਪ ਚੱਲਿਆ, ਮੈਂ ਕਹਿੰਦਾ ਹੈਰਾਨ ਸੀ ਵੇਖ ਗਰੀਬ ਲੋਕ ਫਿਰ ਸੰਤੁਸ਼ਟ ਬੈਠੇ ਆ, ਕਹਿੰਦੇ ਕੋਈ ਗੱਲ ਨਹੀਂ ਦੁਨੀਆ ਨਾਲ ਹੀ ਆ। ਤੇ ਅਮੀਰਾਂ ਨੂੰ ਚਿੰਤਾ ਲੱਗੀ, ਉਹ ਜਦੋਂ ਕਹਿੰਦੇ ਕੋਈ ਆਟਾ ਵੰਡਣ ਵੀ ਆਇਆ ਕਰੇ ਪਹਿਲਾਂ ਨਾਂ ਲਿਖਾ ਦਿਆ ਕਰਨ, ਕਹਿੰਦੇ 5 ਬੋਰੀਆਂ ਇੱਧਰ ਸੁੱਟ ਦਿਓ ਜੀ, ਪਤਾ ਨਹੀਂ ਲਾਉਣ ਦਾ ਤਰੀਕਾ। ਸਬਜ਼ੀਆਂ ਦੇ ਢੇਰ ਲਾ ਲਏ ਲੋਕਾਂ ਨੂੰ, ਚਿੰਤਾ ਪੈ ਗਈ। 6-6 ਮਹੀਨਿਆਂ ਦਾ ਰਾਸ਼ਨ ਪਹਿਲਾਂ ਰੱਖ ਲਿਆ, ਪਰ ਗਰੀਬ ਨੇ ਇੰਨਾ ਨਹੀਂ ਕੀਤਾ।
पर भगती वाले बेपरवासी कहते जिन्हें कल दिता अज भी रहेगा, परसों भी रहेगा। मर्द कहते भाई जिहदे अंदर शोक है, जिहदे अंदर चिंता है, जिहदे अंदर गम है, ये ओहदा जिउणा 60 साल भी जिउणे काहदा जिउणे तां नहीं है ना, चिंता तपा रही है। इसे करके सतगुरु कहते नानक चिंता मत करो, चिंता तिस ही है जल मह जंत उपाय कहते ना भी जीते। मत कहते चिंता ना कर, धन वाले को धनवान को चिंता है, गरीब को चिंता नहीं है। इतने गरीब शब्द की लिए वरते आ भगती वाले, सादगी वाले, जिन्होंने लोग गरीब कह देते हैं, कदे इन्हां कोल की पता है की कुछ है नहीं, इन्होंने किहड़ा कुछ दुनिया का वेखिया है। सच्ची गल है, जे तुसी संतुष्ट हो ना अंदरों सबर, भावे तुहाडी 5000 सैलरी है, जे तुसी संतुष्ट हो ना राजी हो, भावे तुहाडी 2.5 लाख सैलरी होवे महीने दी ते जां 20000 तुहाडी पेंशन होवे, 40000 पेंशन होवे, जे तुहाडी अंदरों तमा चिंता ते शोक नहीं ना गया, तुसी फिर भी कंगाल ते मंगते हो सतनाम नहीं रज सकते। रज ना कोई जीविया कूड़े पर बसदे। भाई गुरदास कहते इत्थे रजिया ही कोई नहीं, जिते गुरु की कृपा हुई वो संतुष्ट है, वो रजिया होया है। सतगुर कहते पादा जी अमीर बंदा ते दौलतवान बंदा बेशक को लंबी उम्र भी भोग लवे, पदार्थ भी बड़े ने, पदार्थां नूं हंडा सकदा है पर पूरा आनंद नहीं माण सकदा, दुखी है, उन्हें जीवन आनंदित नहीं कीता हुंदा, क्योंकि वो कदे अपने इस समय च नहीं रहिंदा, प्रेजेंट विच नहीं हुंदा। किसी दौलतमंद बंदे को जाके बैठो, जाके वो पास्ट दी गल्लां करी जाता है, ਜਾਂ ਫਿਊਚਰ ਦੀਆਂ ਗੱਲਾਂ ਕਰਦਾ ਹੈ, ਜਿਹਦੇ ਮਰਜ਼ੀ ਕੋ ਚੱਲ ਜਾਓ। ਅੱਜ ਵਿੱਚ ਕੋਈ ਵੀ ਨਹੀਂ ਜੀ ਰਿਹਾ। ਜ਼ਿੰਦਗੀ ਕੀ ਹੈ? ਜੋ ਅੱਜ ਹੈ ਉਹ ਜੀਵਨ ਹੈ, ਕੱਲ ਨਾ ਮੁਕਾਲ ਹੈ, ਕੱਲ ਕੀ ਪਤਾ ਹੋ ਨਾ ਹੋ, ਹੋਣਾ ਜਾਂ ਨਹੀਂ ਹੋਣਾ, ਇਹ ਬੜਾ ਔਖਾ ਹੈ। ਜਿਹਦੇ ਮਰਜ਼ੀ ਕੋ ਚੱਲ ਜਾਓ, ਕੱਲ ਦੀਆਂ ਗੱਲਾਂ ਹੋਣਗੀਆਂ, ਏਦਾਂ ਕਰਾਂਗੇ, ਆਹ ਕਰਾਂਗੇ, ਇੱਥੇ ਥਾਂ ਖਰੀਦੀ, ਉੱਥੇ ਵੇਖੀ, ਉਹ ਕਰ ਲਾਂਗੇ, ਪਿੱਛੇ ਸਾਨੂੰ ਘਾਟਾ ਪੈ ਗਿਆ, ਅਸੀਂ ਤੇ ਪਹਿਲਾਂ ਹੀ ਬੜੇ ਔਖੇ ਸੀ, ਰੋਣਾ ਧੋਣਾ ਨਾ ਜੀ। ਜਿਹਦੇ ਕੋਲ ਇਹ ਚੀਜ਼ਾਂ ਨੇ ਉਹ ਕਦੇ ਖੁਸ਼ ਹੋ ਸਕਦਾ ਨਹੀਂ ਹੋ ਸਕਦਾ। ਜਿਹੜਾ ਅੱਜ ਵਿੱਚ ਜਿਉਂਦਾ ਹੈ ਕਹਿੰਦਾ ਅੱਜ ਰੋਟੀ ਪਰਮਾਤਮਾ ਨੇ ਦਿੱਤੀ ਆ, ਅੱਜ ਬੜੇ ਖੁਸ਼ ਹਾਂ, ਕੱਲ ਕਿਹਨੇ ਵੇਖਿਆ ਭਾਈ ਮਰਨਾ ਕਿ ਜਨਮਣਾ, ਉਹ ਖੁਸ਼ ਹੈ ਨਾ। ਫਿਰ ਸਤਿਗੁਰ ਕਹਿੰਦੇ ਪਾਦਾ ਜੀ ਤੁਸੀਂ ਵੀ ਇਹੀ ਚਿੰਤਾ 'ਚ ਲੱਗੇ ਹੋਏ ਸੀ ਵੀ ਨਾਨਕ ਪੁੱਤ ਪੜ੍ਹ ਲਾ, ਲੇਖਾ ਜੋਖਾ ਸਿੱਖ ਲਾ, ਪਟਵਾਰੀ ਬਣ ਜਾਏਗਾ। ਮਰਦ ਕਹਿੰਦੇ ਮੇਰਾ ਜੀਵਨ ਅੱਜ ਹੈ, ਮੇਰੀ ਜ਼ਿੰਦਗੀ ਅੱਜ ਹੈ, ਮੈਂ ਕੱਲ 'ਚ ਨਹੀਂ ਜਿਉਂਦਾ, ਪਿਛਲੇ ਸਮੇਂ 'ਚ ਨਹੀਂ ਜੀ ਰਿਹਾ, ਉਹ ਲੋਕੀ ਪੁਰਾਣੀਆਂ ਯਾਦਾਂ 'ਚ ਜੀ ਰਹੇ ਆ। ਪਾਸਟ ਫਿਊਚਰ ਹੀ ਪਰੇਸ਼ਾਨ ਕਰਦਾ ਹੈ, ਪ੍ਰੈਜ਼ੈਂਟ ਵਿੱਚ ਹੈ ਹੀ ਕੋਈ ਨਹੀਂ। ਤੇ ਧਰਮ ਕੀ ਸਿਖਾਉਂਦਾ, ਬਾਣੀ ਕੀ ਸਿਖਾਉਂਦੀ? ਮਰਦ ਕਹਿੰਦੇ ਜੋ ਤੇਰੇ ਕੋਲ ਹੈ ਉਹਨੂੰ ਇੰਜੋਏ ਕਰ, ਤੂੰ ਜਿਸ ਵਕਤ ਵਿੱਚ ਬੈਠਾ ਹੈ, ਜਿਹੜੀ ਥਾਂ ਤੇ ਬੈਠਾ ਹੈ, ਉਸ ਮਾਹੌਲ ਦਾ ਆਨੰਦ ਲੈ ਲਾ। ਉਹ ਅਸੀਂ ਕਈ ਵਾਰ ਬੈਠੇ ਗਾਰਡਨ 'ਚ ਹੁੰਦੇ ਹਾਂ ਤੇ ਧਿਆਨ ਸਾਡਾ ਹਸਪੀਟਲ ਹੁੰਦਾ ਹੈ ਕਿ ਫਲਾਣਾ ਬਿਮਾਰ ਹੋ ਗਿਆ ਸੀ, ਕਿਤੇ ਮੇਰੇ ਨਾਲ ਏਦਾਂ ਨਾ ਹੋ ਜੇ, ਧਿਆਨ ਸਾਡਾ ਕਿਤੇ ਹੈ। ਫਿਰਦੇ ਅਸੀਂ ਸ਼ਿਮਲੇ 'ਚ, ਬਰਫਾਂ 'ਚ ਘੁੰਮਦੇ ਹਾਂ, ਜਾਂ ਕੈਲੀਫੋਰਨੀਆ ਘੁੰਮਦੇ ਆ, ਜਾਂ ਕਿਸੇ ਹੋਰ ਕੰਟਰੀ ਦੇ ਕਿਸੇ ਸੋਹਣੇ ਸ਼ਹਿਰ 'ਚ ਘੁੰਮਦੇ ਆ, ਤੇ ਧਿਆਨ ਸਾਡਾ ਪਿੰਡ ਵਾਲੇ ਪਾਸੇ ਹੁੰਦਾ ਹੈ, ਉੱਥੇ ਬੇਬੇ ਬਿਮਾਰ ਹੈ, ਬਾਪੂ ਬਿਮਾਰ ਹੈ, ਫਲਾਣੇ ਦੇ ਪੈਸੇ ਦੇਣੇ, ਕੋਈ ਫਾਇਦਾ ਹੈ? ਫਰਕ ਨਾ। ਮਰਦ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਦੇ ਜੀਵਨ ਦੇ ਵਿੱਚ ਅੱਜ ਹੈ, ਅੱਜ ਦਾ ਸਮਾਂ, ਜਿਹਨੇ ਅੱਜ ਨੂੰ ਮਾਣਿਆ, ਅੱਜ ਨੂੰ ਜਾਣਿਆ, ਕਦੇ ਦੁਖੀ ਨਹੀਂ ਹੋ ਸਕਦੇ। ਨਿਤ ਚਿਤ ਹਰਖਤ ਸੰਤ ਸੁਖੈਨਾ, ਜਮ ਦੂਤਨ ਤੇ ਤਿਨ ਮਨ ਭੈਨਾ। ਕਿਉਂਕਿ ਆਉਣ ਵਾਲਾ ਫਿਊਚਰ ਰੱਬ ਦੇ ਪਿਆਰਿਆਂ ਨੂੰ ਜਮਾਂ ਦਾ ਕੋਈ ਭੈ ਨਹੀਂ, ਨਾ ਪਿੱਛੇ ਕੋਈ ਮਾੜਾ ਕੰਮ ਕੀਤਾ, ਨਾ ਅੱਗੇ ਕਰਨਾ, ਡਰ ਹੀ ਕੋਈ ਨਹੀਂ। ਉਹ ਅੱਜ ਕਹਿੰਦੇ ਬੜੇ ਆਨੰਦ ਵਿੱਚ ਆ, ਰੱਬਾ ਕੱਲ ਲੈ ਕੇ ਜਾਣਾ, ਹੁਣ ਲੈਣਾ, ਕਹਿੰਦੇ ਆ ਭਗਤੀ। ਫਿਰ ਉੱਥੇ ਬਾਣੀ ਕੀ ਕਹਿੰਦੀ? ਆਗੈ ਸੁਖ ਮੇਰੇ ਪਿਤਾ ਪਾਛੇ ਆਨੰਦ ਪ੍ਰਭ ਕੀਤਾ। ਅਸੀਂ ਕੱਲ ਵੀ ਰੋਏ, ਹੁਣ ਵੀ ਰੋ ਰਹੇ ਆ, ਤੇ ਕੱਲ ਵੀ ਰੋਵਾਂਗੇ। ਕਿਉਂ? ਮੇਰਾ ਆਹ ਕੰਮ ਨਹੀਂ ਬਣਿਆ, ਮੈਂ ਆਹ ਕੀਤਾ ਸੀ, ਸਕਸੈਸ ਨਹੀਂ ਹੋਇਆ, ਇੱਥੇ ਘਾਟਾ ਪੈ ਗਿਆ, ਫਲਾਣਾ ਮੈਨੂੰ ਮਾੜਾ ਬੋਲਦਾ। ਸੰਸਾਰੀ ਬੰਦਾ ਇਹਨਾਂ ਚੀਜ਼ਾਂ 'ਚ ਫਸਿਆ, ਮਾਇਆ ਧਾਰੀ। ਫਿਰ ਬਾਣੀ ਨੂੰ ਕਹਿਣਾ ਪਿਆ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਾਹਰ ਰੋੜ ਕਚੋਲਾ। ਮਰਦ ਕਹਿੰਦੇ ਮਾਇਆ ਧਾਰੀ ਬੰਦਾ ਅੱਖਾਂ ਤੋਂ ਹੁੰਦਿਆਂ ਵੀ ਅੰਨਾ ਹੈ, ਕੰਨ ਹੁੰਦਿਆਂ ਬੋਲਾ ਹੈ। ਕਿਉਂ? ਉਹ ਪ੍ਰੈਜ਼ੈਂਟ ਵਿੱਚ ਨਹੀਂ ਹੈ। ਉਹਨੂੰ ਪਾਠ ਸੁਣਾ ਦਿਓ ਕਿਸੇ ਨੂੰ,
ਬਹੁਤਾ ਅਮੀਰ ਬੰਦਾ ਹੈ, ਉਹ ਬੈਠਾ ਅਖੰਡ ਪਾਠ ਸਾਹਿਬ ਵੀ ਕਰਾਊ, ਘਰੇ ਹਾਜ਼ਰੀ ਨਹੀਂ ਹੁੰਦਾ, ਸਰੀਰ ਕਰਕੇ ਬੈਠੇ। ਕੀਰਤਨ ਸੁਣਦੇ ਆ, ਧਿਆਨ ਸਾਡਾ ਕਿਤੇ ਹੋਰੇ ਚਲਿਆ ਜਾਂਦਾ, ਕਥਾ ਸੁਣਦੇ ਆ, ਸੁਰਤ ਕਿਤੇ ਹੋਰ ਤੁਰੀ ਫਿਰਦੀ ਹੈ। ਕਿਉਂ? ਮਹਾਰਾਜ ਕਹਿੰਦੇ ਪ੍ਰੈਜ਼ੈਂਟ ਵਿੱਚ ਨਹੀਂ ਹੈ। ਇਸੇ ਕਰਕੇ ਉਹ ਅੰਨਾ ਤੇ ਬੋਲਾ ਏ, ਰੱਬ ਦਾ ਸ਼ਬਦ ਨਹੀਂ ਸੁਣਦਾ। ਸੁਭਾਵਿਕ ਗੱਲ ਆ, ਆਪਾਂ ਕਿਸੇ ਕੋਲ ਬੈਠੇ ਹੋਈਏ ਤੇ ਹੋਈਏ ਆਪਾਂ ਦੁਖੀ। ਕਈ ਵਾਰ ਫੋਨ ਤੇ ਵੀ ਹੁੰਦਾ, ਆਪਣੇ ਨਾਲ ਕੋਈ ਗੱਲ ਕਰਦਾ ਹੁੰਦਾ, ਆਪਾਂ ਉਹਦੀਆਂ ਗੱਲਾਂ ਦੇ ਵਿੱਚ ਹਾਂ ਹੋ ਜੇ ਕਰੀ ਜਾਂਦੇ ਆ, ਧਿਆਨ ਨਹੀਂ ਹੁੰਦਾ। ਤੇ ਬੜੀਆਂ ਗੱਲਾਂ ਸਾਹਮਣੇ ਬੈਠਾ ਬੰਦਾ ਸਾਨੂੰ ਕਹਿ ਜਾਂਦਾ, ਆਪਾਂ ਕਹਿੰਦੇ ਮੈਂ ਧਿਆਨ ਨਹੀਂ ਕੀਤਾ। ਸਾਡੇ ਸਾਹਮਣੇ ਕੋਈ ਬੰਦਾ ਆਇਆ, ਮੂੰਹ ਬਣਾਈ ਫਿਰਦਾ, ਕਹਿੰਦਾ ਲੈ ਮੇਰੇ ਕੋਲੋਂ ਲੰਘਿਆ ਯਾਰ, ਮੇਰੇ ਵੱਲ ਵੇਖਿਆ, ਉਹਨੇ ਮੈਨੂੰ ਬੁਲਾਇਆ ਨਹੀਂ। ਸਾਹਮਣੇ ਵਾਲਾ ਔਖਾ ਹੋਇਆ ਫਿਰਦਾ ਹੈ ਵੀ ਇਗਨੋਰ ਮਾਰਦਾ ਹੈ, ਪਰ ਉਹ ਵਿਚਾਰਾ ਚਿੰਤਾ 'ਚ ਸਰੀਰ ਕਰਕੇ ਤੇ ਤੁਰਿਆ ਫਿਰਦਾ, ਉਹਨੂੰ ਇਹ ਨਹੀਂ ਪਤਾ ਮੇਰੇ ਸਾਹਮਣੇ ਆਇਆ ਕੌਣ, ਵੇਖਿਆ ਵੀ, ਪਰ ਸਮਝ ਨਹੀਂ ਸਕਿਆ ਕਿਉਂਕਿ ਹੈ ਨਹੀਂ ਉੱਥੇ, ਹਾਜ਼ਰ ਨਹੀਂ ਹੈ। ਤੇ ਰੱਬ ਦੇ ਪਿਆਰੇ ਬੰਦਗੀ ਵਾਲੇ ਜਿੱਥੇ ਬੈਠੇ ਉੱਥੇ ਹਾਜ਼ਰ ਨਾਜ਼ਰ ਹੁੰਦੇ ਆ, ਉਹ ਇਕਾਗਰ ਚਿੱਤ ਹੁੰਦੇ ਆ। ਉਹਨਾਂ ਨੂੰ ਸਾਰਾ ਪਤਾ ਹੈ ਕੌਣ ਕੀ ਬੋਲਦਾ ਹੈ, ਕਿੱਥੇ ਕੀ ਹੋ ਰਿਹਾ ਹੈ। ਸਾਨੂੰ ਪਤਾ ਸਾਡੇ ਨਾਲ ਕੀ ਹੋ ਰਿਹਾ, ਕੁਛ ਵੀ ਨਹੀਂ ਪਤਾ। ਨਾਲ ਦੇ ਸਾਨੂੰ ਨਾਲ ਗਾਲਾਂ ਕੱਢਦੇ ਜਾਈ ਜਾਂਦੇ, ਸਾਨੂੰ ਉਹ ਨਹੀਂ ਪਤਾ ਲੱਗਦਾ ਕਿਉਂਕਿ ਅਸੀਂ ਸੋਚਾਂ 'ਚ ਡੁੱਬੇ ਹੋਏ ਹਾਂ, ਕੁਝ ਸੋਚ ਰਹੇ ਹਾਂ। ਮਰਦ ਕਹਿੰਦੇ ਭਾਈ ਗਰੀਬ ਰੱਬ ਦਾ ਪਿਆਰਾ ਬੰਦਗੀ ਵਾਲਾ ਅੱਠੇ ਪੈਰ ਰੱਬ ਦੇ ਕੋਲ ਹੁੰਦਾ ਤੇ ਰੱਬ ਉਹਨਾਂ ਕੋਲੇ ਹੁੰਦਾ। ਆਖੋ ਸਤਿਨਾਮ। ਅਮੀਰ ਤੋਂ ਰੱਬ ਦੂਰ ਹੁੰਦਾ ਹੈ। ਮਲਕ ਭਾਗੋ ਦੇ ਕਿੰਨਾ ਨੇੜੇ ਸੀ। ਮੈਂ ਫਿਰ ਬੇਨਤੀ ਕਰਾਂ, ਇੱਥੇ ਦੁਨਿਆਵੀ ਰੌਲਾ ਨਹੀਂ। ਬੇਸ਼ੱਕ ਪੜ੍ਹਦੇ ਨੇ ਦੁਨਿਆਵੀ ਸਵਾਲ ਕੀਤਾ, ਗਰੀਬੀ ਤੇ ਅਮੀਰੀ ਦਾ ਮਰਦ ਅੰਦਰ ਦੀਆਂ ਗੱਲਾਂ ਕਰਦੇ, ਦਿਲ ਦਾ ਵੀਰ ਹੋ ਜਾ। ਸਰੀਰ ਕਰਕੇ ਭਾਵੇਂ ਗਰੀਬ ਰਹੀ, ਵੇਖ ਤੇਰੀ ਅਮੀਰੀ ਪ੍ਰਫੁੱਲਤ ਹੁੰਦੀ ਹੈ। ਜਮਾਨੇ ਦੇ ਅਮੀਰ ਕਿਸੇ ਦਾ ਸਵਾਰ ਨਹੀਂ ਸਕਦੇ। ਗਰੀਬ ਦੇ ਘਰ ਇੱਕ ਟਾਈਮ ਦੀ ਰੋਟੀ ਹੋਵੇ ਤੇ ਕੋਈ ਭੁੱਖਾ ਜੇ ਨਾ ਘਰੇ ਆਖੇ ਰੋਟੀ ਖਾਣੀ ਹੈ, ਕਹਿੰਦੇ ਅੱਜ ਦਾ ਸ਼ੁਕਰ ਹੈ, 2 ਮੈਂ ਖਾ ਲੂੰ 2 ਤੂੰ ਖਾ ਲੈ। ਤੇ ਅਮੀਰ ਕੋਈ ਆ ਕੇ ਆਖੇ ਨਾ ਮੈਂ ਰੋਟੀ ਖਾਣੀ ਹੈ, ਕਹਿੰਦੇ ਯਾਰ ਸਾਡੇ ਤੇ ਆਪ ਨਹੀਂ ਪੱਕੀ, ਤੈਨੂੰ ਕਿੱਥੋਂ ਖਵਾ ਦਈਏ। ਸਤਿਨਾਮ। ਕੀ ਕਰੇ? ਕਿਉਂਕਿ ਰੱਬ ਨੇ ਉਹਨੂੰ ਉਹਨੇ ਜੋਗਾ ਬਣਾਇਆ ਨਹੀਂ ਹੈ। ਪਰਮਾਤਮਾ ਨੇ ਉਹਨੂੰ ਉਹ ਨਿਮਰਤਾ, ਉਹ ਪਿਆਰ, ਉਹ ਸੁਹਿਰਦਤਾ ਨਹੀਂ ਦਿੱਤੀ। ਸਤ ਸੰਗਤ ਵਿੱਚ ਬੈਠਿਆਂ ਇਹ ਸਭ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ। ਤੁਸੀਂ ਰੋਟੀ ਖਾਣ ਲੱਗੇ, ਕਿਸੇ ਨੇ ਆ ਕੇ ਆਖਿਆ ਮੈਨੂੰ ਭੁੱਖ ਲੱਗੀ, ਕਹਿੰਦਾ ਲੈ ਭਰਾ ਤੂੰ ਖਾ ਲਾ, ਕੋਈ ਨਹੀਂ ਮੇਰਾ ਆਖੀ ਮੈਂ ਤਾਂ ਫੇਰ ਖਾ ਲੂੰਗਾ। ਕਿੱਡਾ ਬੜਾ ਦਿਲ ਹੈ। ਤੇ ਇੱਕ ਸਾਹਮਣੇ ਬੈਠਾ ਖਾਈ ਜਾਂਦਾ ਹੈ। ਜੇ ਕਿਸੇ ਨੇ ਪੁੱਛ ਵੀ ਲਿਆ, ਕੋਈ ਇਹਨਾਂ ਦਾ ਕੰਮ ਇਹੀ ਹੈ, ਤੇ ਮਗਦੇ ਤੁਰੇ ਰਹਿੰਦੇ ਹੋ ਜੀ। ਪਿਆਰਿਓ ਇਹ ਚੀਜ਼ਾਂ ਦਾ ਫਰਕ ਹੈ। ਮਰਦ ਸੱਚੇ ਪਾਤਸ਼ਾਹ ਕਹਿੰਦੇ ਪਾਦਾ ਜੀ ਅਮੀਰ ਦੇ ਜੀਵਨ ਦਾ ਕੀ ਕਰਨਾ, ਜਿਹਦੇ ਜੀਵਨ ਵਿੱਚ ਚਿੰਤਾ ਤੇ ਦੁੱਖ ਬੜੇ ਆ, ਲੱਭਦਾ ਸੁਖੀ ਹੈ। ਗਰੀਬ ਦੇ ਕੋਲੇ ਬੇਸ਼ੱਕ ਦੁਨਿਆਵੀ ਦੁੱਖ ਨੇ, ਉਹਦੇ ਕੋਲ ਦੁੱਖਾਂ ਲਈ ਸਮਾਂ ਕੋਈ ਨਹੀਂ। ਸਦ ਖੁਸ਼ੀਆਂ ਕਿਤ ਚੌਕ ਨੇਰਾ, ਜਪਤ ਨਾਮ ਹਰ ਹੋਰ ਨੀਰਾ। ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਜੀਵਨ ਵਿੱਚ ਸਦਾ ਹੀ ਖੁਸ਼ੀਆਂ ਰਹਿੰਦੀਆਂ, ਸਦਾ ਹੀ ਖੁਸ਼ੀਆਂ। ਲੱਖ ਉਹਨਾਂ ਤੇ ਵਿਪਤਾ, ਲੱਖ ਮੁਸੀਬਤਾਂ ਆ ਜਾਣ, ਟੁੱਟਦੇ ਨਹੀਂ, ਉਹ ਡੋਲਦੇ ਨਹੀਂ। ਕਿਉਂ ਨਹੀਂ ਡੋਲਦੇ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਿਸੇ ਨੇ ਬੁਰਾ ਵੀ ਕਰਤਾ ਨਾ ਕਿ ਤੇਰਾ ਵੀ ਭਲਾ ਕਹਿੰਦੇ, ਕਿਉਂਕਿ ਨਾਮ ਦੀ ਚੜ੍ਹਦੀ ਕਲਾ ਹੈ। ਹੁਣ ਜਿਹਦੇ ਕੋਲ ਨਾਮ ਦੀ ਦਾਤ ਨਹੀਂ, ਜਿਹੜਾ ਬੰਦਗੀ ਨਹੀਂ ਕਰਦਾ, ਉਹ ਦੁਨੀਆ ਦੇ ਪਦਾਰਥ ਸੁਖੀ ਨਹੀਂ ਬਣਾ ਸਕਦੇ। ਵੱਡੇ ਵੱਡੇ ਲੋਕ ਵੇਖੇ, ਅਰਬਾਂ ਖਰਬਾਂ ਪ੍ਰਤੀ ਰਾਤਾਂ ਨੂੰ ਸੌ ਨਹੀਂ ਸਕਦੇ, ਪਰੇਸ਼ਾਨ ਹਰ ਵੇਲੇ, ਦੌੜ ਲੱਗੀ ਮਾਇਆ ਹੋਰ ਕਿਵੇਂ ਇਕੱਠੀ ਕਰ ਲਈਏ। ਮਾਇਆ ਕਮਾਉਂਦੇ ਦੁੱਖ ਆ ਗਏ, ਹੁਣ ਦੁੱਖ ਕਟਾਉਣ ਵਾਸਤੇ ਅਮਰੀਕਾ ਦੇ ਟਿਕਟਾਂ ਲਈ ਫਿਰਦੇ ਆ ਵੀ ਜੇ ਉੱਥੋਂ ਇਲਾਜ ਹੋ ਜੇ, ਉੱਥੋਂ ਠੀਕ ਹੋ ਜਾਈਏ, ਪਰ ਸੁਖੀ ਨਹੀਂ। ਉਹ ਬਹੁਤ ਕੁਝ ਖਾ ਸਕਦੇ, ਉਹਨੂੰ ਡਾਕਟਰ ਵੈਦ ਹਕੀਮ ਨਹੀਂ ਖਾਣ ਦਿੰਦੇ। ਬੜਾ ਕੁਝ ਖਾ ਸਕਦੇ, ਨਹੀਂ ਖਾਣ ਦਿੰਦੇ। ਤੇ ਇੱਕ ਖਾ ਵੀ ਰਿਹਾ ਹੈ ਥੋੜਾ, ਪਰ ਉਹ ਫਿਰ ਵੀ ਸੰਤੁਸ਼ਟ ਆ, ਕਹਿੰਦਾ ਰੋਗ ਤਾਂ ਨਹੀਂ ਲੱਗਿਆ ਕੋਈ। ਸ਼ੁਕਰ ਹੈ ਨਾ ਰੱਬ ਦਾ, ਉਹਦੀ ਭਗਤੀ ਕਰ ਲਈ ਜੀ, ਨਾਮ ਜਪ ਲੈਂਦੇ ਆ, ਬੰਦਗੀ ਕਰਦੇ ਆ। ਮਰਦ ਕਹਿੰਦੇ ਉਹ ਖੁਸ਼ੀਆਂ ਚ ਰਹਿੰਦੇ ਆ, ਸਦ ਚਾਅ ਵਿੱਚ ਰਹਿੰਦੇ ਆ। ਗਰੀਬ ਦੀ ਸਮਾਈਲ ਕੋਈ ਖੋ ਨਹੀਂ ਸਕਦਾ, ਲੱਖਾਂ ਸਰਕਾਰਾਂ ਯਤਨ ਕਰਦੀਆਂ ਨੇ, ਤੇ ਅਮੀਰ ਨੂੰ ਕੋਈ ਹਸਾ ਨਹੀਂ ਸਕਦਾ। ਸਤਿਨਾਮ। ਅਮੀਰ ਬੰਦਾ ਕਾਮੇਡੀ ਸ਼ੋ ਵੇਖਦਾ, 5 ਮਿੰਟ ਦਾ ਆਰਟੀਫੀਸ਼ਲ ਹਾਸਾ ਵੇਖ ਕੇ ਫਿਰ ਹੋਈ ਜਾਂਦਾ, ਕੁਛ ਯਾਦ ਆ ਜਾਂਦਾ ਬੈਠਾ ਬੈਠਾ ਗਹਿਰਾ ਦਿਲ। ਤੇ ਗਰੀਬ ਸੜਕ ਤੇ ਗੁਬਾਰੇ ਵੀ ਵੇਚਦਾ ਹੋਵੇ ਨਾ, ਸਾਹ ਭਰ ਕੇ ਆਪਣੇ, ਤੇ ਉਹਨੂੰ 10 ਰੁਪਏ ਕੋਈ ਵੱਧ ਦੇ ਦੀ, ਬੜਾ ਖੁਸ਼ ਹੈ, ਦੁਆਵਾਂ ਦਿੰਦਾ ਫਿਰਦਾ। ਲੈ ਸਾਨੂੰ ਕੋਈ ਟ੍ਰਾਂਜੈਕਸ਼ਨ 10 ਲੱਖ ਦੀ ਕਰਦੇ, 2 ਘੰਟੇ ਖੁਸ਼ ਆ, ਮੁੜ ਕੇ ਪਤਾ ਯਾਰ ਜਿਹੋ ਜਿਹੇ ਆਏ ਨਾ ਆਏ, ਮੈਂ ਵੈਸੇ ਵੀ ਤੇ 8 ਲੱਖ ਕਿਸੇ ਦਾ ਦੇਣਾ ਹੈ, ਕਰ ਦੋ ਕੀ ਕਰੋਗੇ? ਖੁਸ਼ ਕਰ ਸਕਦੇ ਹੋ ਕਦੇ? ਕਿਸੇ ਨੂੰ 1 ਕਰੋੜ ਦੇ ਦਿਓ, ਉਹ ਪਹਿਲੇ ਸੋਚੀ ਜਾਊਗਾ ਲੈ 50 ਲੱਖ ਦੀ ਗੱਡੀ ਲਊ, ਇੰਨੇ ਦੀ ਐਫਡੀ ਕਰਾਊ, ਇੰਨੇ ਮੁੰਡੇ ਨੂੰ ਦਊ, ਫੇਰ ਕੀ ਹੈ? ਨੰਗ ਦਾ ਨੰਗਾ। ਸਤਿਨਾਮ। ਕਰੋੜ ਆਇਆ ਫੇਰ ਭੁੱਖ ਨੰਗ। ਤੇ ਗਰੀਬ ਨੂੰ ਕੋਈ 10,000 ਦੇ ਦੇ,
ਪਹਿਲਾਂ ਤੇ ਉਹਦਾ ਸ਼ੁਕਰ ਕਰਦਾ ਹੈ ਜਿਹਨੇ ਦਿੱਤਾ, ਫਿਰ ਉਸ ਦਾਤੇ ਦਾ ਕਰਦਾ ਕਿ ਰੱਬਾ ਸ਼ੁਕਰ ਹੈ ਤੇਰਾ। ਅੱਖਾਂ ਭਰ ਆਉਂਦੀਆਂ ਗਰੀਬ ਦੀਆਂ, ਕਹਿੰਦੇ ਬਹੁਤ ਜ਼ਿਆਦਾ ਆ, ਮੈਨੂੰ ਇੰਨੀ ਲੋੜ ਨਹੀਂ ਸੀ, ਮੈਨੂੰ ਤੇ 100 ਵੀ ਮਿਲ ਜਾਂਦਾ ਮੈਂ ਖੁਸ਼ ਹਾਂ। ਇਹ ਫਰਕ ਹੁੰਦਾ ਹੈ। ਹਰ ਗਰੀਬ ਇਹੋ ਜਿਹਾ ਨਹੀਂ ਹੁੰਦਾ। ਗੱਲ ਬਾਣੀ ਦੀ ਚੱਲਦੀ ਹੈ, ਨਾਮ ਦੀ ਚੱਲਦੀ ਹੈ। ਨਾਮ ਜਪਣ ਵਾਲੇ ਮੰਗਦੇ ਨਹੀਂ ਕਿਸੇ, ਜੀਤੋਂ ਮੰਗਦੇ ਆ, ਹੱਕ ਸਮਝ ਕੇ ਮੰਗਦੇ ਆ। ਉਹਨਾਂ ਨੂੰ ਪਤਾ ਮੇਰਾ ਵਾਹਿਗੁਰੂ ਦੇ ਵਿੱਚ ਬੈਠਾ ਰਹੇਗਾ, ਲਾਲਚੀ ਨਹੀਂ ਹੁੰਦੇ। ਵਕਤੀ ਤੌਰ ਤੇ ਲੋੜਾਂ ਪੂਰੀਆਂ ਕਰਦੇ ਆ। ਕਹਿੰਦੇ ਅਮੀਰ ਦੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਪਰ ਮਨੋਰਥ ਪੂਰਾ ਨਹੀਂ ਹੁੰਦਾ, ਸੁਪਨੇ ਪੂਰੇ ਨਹੀਂ ਹੁੰਦੇ। ਬੜੇ ਸਜਾਉਂਦਾ ਏ ਗੁਰੂ ਸਾਹਿਬ, ਕਹਿੰਦੇ ਭਾਈ ਸਦ ਖੁਸ਼ੀਆਂ ਸਦ ਚਾਓ, ਬੰਦਗੀ ਵਾਲੇ ਗਰੀਬਾਂ ਦੇ ਕੋਲੇ ਹਮੇਸ਼ਾ ਚਾਹ ਦਾ ਖੇੜਾ ਹੁੰਦਾ ਏ। ਚਿਤ ਅਚਿੰਤ ਤਨ ਤਜ ਜਬ ਜਾਈ, ਆਗੇ ਮਿਲਹਿ ਤਿਨਹਿ ਵਡਿਆਈ। ਭਾਈ ਜਦੋਂ ਨਾਮ ਜਪਣ ਵਾਲਾ ਜਿਹਨੂੰ ਜ਼ਮਾਨਾ ਗਰੀਬ ਸਮਝਦਾ, ਉਹ ਇੱਥੇ ਵੀ ਸੁੱਖ ਭੋਗ ਕੇ ਜੀਵਨ ਹੰਢਾ ਕੇ ਗਿਆ, ਦਰਗਾਹ ਦੇ ਵਿੱਚ ਵੀ ਬੜਾ ਮਾਣ ਸਤਿਕਾਰ ਮਿਲਿਆ। ਕਹਿੰਦੇ ਅਮੀਰ ਇੱਥੇ ਵੀ ਰੋਂਦਾ ਰਿਹਾ, ਮੈਂ ਅਮੀਰ ਨਹੀਂ ਹੋਇਆ, ਮੈਂ ਫਲਾਣੇ ਤੋਂ ਗਰੀਬ ਰਹਿ ਗਿਆ। ਇਹ ਦੌੜ ਲੱਗੀ ਹੈ ਨਾ। ਅੰਬਾਨੀ ਕਹਿੰਦਾ ਮੈਂ ਅਦਾਨੀ ਤੋਂ ਅੱਗੇ ਨਿਕਲ ਜਾ, ਅਡਾਨੀ ਕਹਿੰਦਾ ਮੈਂ ਇਹਨੂੰ ਪਿੱਛੇ ਕਰ। ਪਿੱਛੇ ਕੌਣ? ਕਿਸਾਨ ਕਹਿ ਰਿਹਾ ਨਾ ਰੋਣਾ। ਇਹ ਕੀ ਹੈ? ਇਹ ਲਾਲਚ ਦੀ ਇਮਤਿਹਾਨ ਹੈ। ਵਧੀਆ ਜਾਂਦਾ ਕਿ ਇਹ ਮੁੱਕਣਾ ਵੀ ਨਹੀਂ ਹੈ। ਪਰ ਗਰੀਬ ਬੰਦਾ ਰੋਟੀ ਖਾ ਕੇ ਰੱਬ ਦਾ ਸ਼ੁਕਰ ਕਰਦਾ, ਕਹਿੰਦਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦਰਗਾਹ ਵਿੱਚ ਵੀ ਸੁਖੀ ਨੇ, ਇੱਥੇ ਵੀ ਜੀਵਨ ਜੀਆ ਉਹਨਾਂ ਨੇ। ਮਾਇਆ ਕਮਾਉਣ ਵਾਲਾ ਬੰਦਾ ਜ਼ਿੰਦਗੀ ਇੰਜੋਏ ਨਹੀਂ ਕਰ ਸਕਦਾ, ਜੀਵਨ ਨੂੰ ਆਨੰਦ ਨਹੀਂ ਲੈ ਸਕਦਾ, ਕਿਉਂਕਿ ਉਹਦੀ ਹਰ ਵੇਲੇ ਜੇ ਉਹ ਖੁਸ਼ੀਆਂ 'ਚ ਕਿਸੇ ਪਾਰਟੀ 'ਚ ਵੀ ਬੈਠਾ ਨਾ, ਧਿਆਨ ਉਹਦਾ ਉੱਥੇ ਹੀ ਰਹਿੰਦਾ ਹੈ। ਟ੍ਰਾਂਜੈਕਸ਼ਨਾਂ ਕਿੰਨੀਆਂ ਹੋ ਗਈਆਂ, ਕਿਤੇ ਘਾਟਾ ਤਾਂ ਨਹੀਂ ਪੈ ਰਿਹਾ। ਉਹ ਹਰ ਚੀਜ਼ ਵਿੱਚ ਸੋਚਦਾ ਰਹਿੰਦਾ ਹੈ। ਤੇ ਸੋਚਣ ਵਾਲਾ ਕਦੇ ਆਪਣੇ ਕੋਲੇ ਨਹੀਂ ਹੋ ਸਕਦਾ, ਸੁਰਤ ਕਰਕੇ ਆਪਣੇ ਤੋਂ ਦੂਰ ਹੋਏਗਾ। ਤੇ ਨਾਮ ਜਪਣ ਵਾਲੇ ਇੱਥੇ ਵੀ ਸੁਖੀ, ਦਰਗਾਹ ਵਿੱਚ ਵੀ ਸੁਖੀ, ਇੱਥੇ ਵੀ ਸੁਖੀ ਨੇ। ਤੇ ਜਿਹੜਾ ਸੰਸਾਰੀ ਬੰਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਾਦਾ ਜੀ ਇੱਥੇ ਵੀ ਉਹ ਇਹਨਾਂ ਦੁੱਖ ਦੀਆਂ ਬੇੜੀਆਂ 'ਚ ਬੰਨਿਆ ਹੋਇਆ। ਮਾਇਆ ਸੁੱਖ ਥੋੜਾ ਦਿੰਦੀ ਹੈ, ਪਦਾਰਥ ਸੁੱਖ ਥੋੜਾ ਦਿੰਦੇ ਆ। ਜੇ ਮਨ ਸੁਖੀ ਨਹੀਂ, ਮਨ ਹਾਜ਼ਰ ਨਹੀਂ, ਕਹਿੰਦੇ ਦਰਗਾਹ ਦੇ ਵਿੱਚ ਵੀ ਗਲ ਸੰਗਲ ਘੱਤ ਚਲਾਏਗਾ। ਕਹਿੰਦੇ ਉੱਥੇ ਸੰਗਲ ਪੈਂਦੇ, ਦੁੱਖ ਮਿਲਦੇ ਆ। ਗੁਰੂ ਸਾਹਿਬ ਇਹਨਾਂ ਸ਼ਬਦਾਂ ਨੂੰ ਅੱਗੇ ਖੋਲਣਗੇ, ਅਗਲਾ ਅੰਮ੍ਰਿਤ ਬਚਨ ਉਚਾਰਨ ਕਰਨਗੇ। ਜੋ ਪਾਦਾ ਜੀ ਸਵਾਲ ਕਰਨਗੇ, ਸਮਾਂ ਸਮਾਪਤ ਹੈ। ਜਿਵੇਂ ਸੱਚੇ ਪਾਤਸ਼ਾਹ ਦੀ ਕਿਰਪਾ ਹੋਊਗੀ, ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।